ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਅਸੀਂ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਕੋਲ ਹਾਜ਼ਰ ਹੋਏ ਹਾਂ। ਅੱਜ ਦਾ ਵਿਸ਼ਾ ਜਿਹੜਾ ਉਹ ਬੜਾ ਹੀ ਇੰਟਰਸਟਿੰਗ, ਬੜਾ ਹੀ ਦਿਲਚਸਪ ਹੈ। ਵਿਸ਼ਾ ਕੀ ਹੈ ਇਸ ਬਾਰੇ ਅੱਗੇ ਚਰਚਾ ਕਰਾਂਗੇ। ਪਹਿਲਾਂ ਆਪਾਂ ਡਾਕਟਰ ਆਜ਼ਾਦ ਸਾਹਿਬ ਦਾ ਨਿਊਜ਼ ਏਸ਼ੀਆ ਪੰਜਾਬੀ ਤੇ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਸਾਹਿਬ, ਵਿਸ਼ਾ ਹੈ ਕਿ ਦਾਦੀ ਨਾਨੀ ਦੇ ਨੁਸਖੇ ਜਿਹੜੇ ਸੀ ਉਹ ਬੜੇ ਕਮਾਲ ਦੇ ਹੋਇਆ ਕਰਦੇ ਸੀਗੇ। ਤੁਸੀਂ ਕਈ ਵੀਡੀਓ ਦੇ ਵਿੱਚ ਆਪਣਾ ਬੋਲਿਆ ਕਿ ਆਪਣੇ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਜੋ ਕੁਝ ਵੀ ਕਿਹਾ ਉਹ ਅੱਜ ਵਿਗਿਆਨ ਦੇ ਵਿੱਚ ਜਾ ਕੇ ਕਈ ਖੋਜਾਂ ਤੋਂ ਬਾਅਦ ਜਿਹੜਾ ਉਹ ਚੀਜ਼ਾਂ ਸਾਬਤ ਹੋ ਰਹੀਆਂ ਨੇ। ਪਰ ਫਿਰ ਵੀ ਜ਼ਿਆਦਾਤਰ ਡਾਕਟਰ ਇਹਨਾਂ ਚੀਜ਼ਾਂ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੇ ਅਤੇ ਉਹ ਕਹਿੰਦੇ ਨੇ ਵੀ ਵਿਗਿਆਨ ਬਹੁਤ ਤਰੱਕੀ ਕਰਕੇ ਆ ਚੁੱਕਿਆ, ਉਸ ਤੋਂ ਬਾਅਦ ਕਈ ਖੋਜਾਂ ਹੋ ਗਈਆਂ ਨੇ ਅਤੇ ਤੁਸੀਂ ਪੁਰਾਣੀ ਚੀਜ਼ਾਂ ਦੇ ਉੱਤੇ ਬੈਠੇ ਹੋ, ਇਹਨਾਂ ਚੀਜ਼ਾਂ ਨੂੰ ਛੱਡੋ ਅਤੇ ਮੌਜੂਦਾ ਵਿਗਿਆਨ ਨੂੰ ਅਪਣਾਓ। ਮੈਂ ਸ਼ੁਰੂਆਤ ਕਰਾਂਗਾ ਕੁਝ ਅਜਿਹੇ ਨੁਸਖਿਆਂ ਦੇ ਨਾਲ। ਇੱਕ ਇੱਕ ਕਰਕੇ ਜਿਹੜੇ ਨੁਸਖੇ ਆਪਾਂ ਦੱਸਾਂਗੇ, ਜਿਹੜੇ ਵਹਿਮ ਭਰਮ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਵੀ ਇਹ ਵਹਿਮ ਨੇ, ਅਤੇ ਤੁਸੀਂ ਉਸ ਬਾਰੇ ਤੁਸੀਂ ਖੁਲਾਸਾ ਕਰੋ ਕਿ ਉਹ ਚੀਜ਼ਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਅਤੇ ਕੀ ਉਹਦੇ ਪਿੱਛੇ ਵਿਗਿਆਨਿਕ ਤੱਥ ਨੇ। ਸਭ ਤੋਂ ਪਹਿਲਾਂ ਜਿਹੜਾ ਮੇਰਾ ਸਵਾਲ ਹੈ ਕਿ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਮੱਛੀ ਖਾਣ ਤੋਂ ਬਾਅਦ ਜਿਹੜਾ ਉਹ ਦੁੱਧ ਨਹੀਂ ਪੀਣਾ ਚਾਹੀਦਾ ਕਿਉਂਕਿ ਉਹਦੇ ਨਾਲ ਫਲਵੈਰੀ ਹੋ ਜਾਂਦੀ ਹੈ। ਕਿੰਨੀ ਕੁ ਸੱਚਾਈ ਹੈ ਇਹਦੇ ਪਿੱਛੇ? ਬਿਲਕੁਲ ਸੱਚਾਈ ਹੋ ਸਕਦੀ ਹੈ। ਉਹਦਾ ਕਾਰਨ ਕੀ, ਹੁਣ ਜਿਹੜੀਆਂ ਹੁਣ ਖੋਜਾਂ ਹੋ ਰਹੀਆਂ ਨੇ, ਫਲਵੈਰੀ ਵਰਗੀਆਂ ਬਿਮਾਰੀਆਂ ਨੇ, ਇਹ ਹੈਗੀਆਂ ਨੇ। ਫਲਵੈਰੀ ਉਸ ਵੇਲੇ ਦੀ ਬਹੁਤ ਹੀ ਡਰਾਉਣੀ ਬਿਮਾਰੀ ਸਮਝੀ ਜਾਂਦੀ ਹੈ ਚਮੜੀ ਦੀ, ਕਿਉਂਕਿ ਇਹਦੇ ਨਾਲ ਜਿਹੜਾ ਬੰਦੇ ਦਾ ਸਾਰਾ ਚਿਹਰਾ ਮੂਰਾ ਉਹ ਵਿਗੜ ਜਾਂਦਾ ਹੈ ਔਰ ਬੰਦੇ ਦੀ ਸ਼ਕਲ ਜਿਹੜੀ ਹੈ ਉਹ ਮਤਲਬ ਜਿਹਨੂੰ ਕਹਿੰਦੇ ਆ ਪ੍ਰੈਜੈਂਟੇਬਲ ਹੀ ਨਹੀਂ ਰਹਿੰਦੀ, ਕਿ ਸਮਾਜ 'ਚ ਬੰਦਾ ਮੂੰਹ ਦਿਖਾਉਣ ਜੋਗਾ ਵੀ ਨਹੀਂ ਰਹਿੰਦਾ, ਇੰਨਾ ਜ਼ਿਆਦਾ ਉਹਦਾ ਚਿਹਰਾ ਖਰਾਬ ਹੋ ਜਾਂਦਾ। ਅਤੇ ਇਸ ਕਰਕੇ ਇੱਕ ਦਹਿਸ਼ਤ ਸੀ ਇਸ ਬਿਮਾਰੀ ਦੀ, ਫਲਵੈਰੀ ਦੀ। ਔਰ ਫਲਵੈਰੀ ਉਹਨਾਂ ਜ਼ਮਾਨਿਆਂ 'ਚ ਵੀ ਸੀਗੀ ਜਦੋਂ ਕਿ ਹੋਰ ਚਮੜੀ ਦੀਆਂ ਬਹੁਤੀਆਂ ਬਿਮਾਰੀਆਂ ਜਿਹੜੀਆਂ ਹੁਣ ਨੇ ਉਹ ਨਹੀਂ ਸੀਗੀਆਂ। ਤਾਂ ਉਹ ਫਲਵੈਰੀ ਜਿਹੜੀ ਸੀਗੀ ਹੁਣ ਬਾਅਦ 'ਚ ਹੌਲੀ ਹੌਲੀ ਸਮਝ ਆ ਰਹੀ ਹੈ ਕਿ ਇਹ ਆਟੋ ਇਮਿਊਨ ਡਿਸਆਰਡਰ ਹੈ। ਆਟੋ ਇਮਿਊਨ ਡਿਸਆਰਡਰ ਕੀ ਹੁੰਦਾ ਹੈ ਕਿ ਆਟੋ ਇਮਿਊਨ ਡਿਸਆਰਡਰ ਦੇ ਅੰਦਰ ਸਰੀਰ ਜਿਹੜਾ ਹੁੰਦਾ ਹੈ ਉਹ ਆਪਣੇ ਹੀ ਟਿਸ਼ੂਜ਼ ਨੂੰ, ਆਪਣੇ ਹੀ ਸੈੱਲਾਂ ਨੂੰ ਡੈਮੇਜ ਕਰਨ ਲੱਗ ਜਾਂਦਾ ਹੈ। ਔਰ ਹੁਣ ਜਿਹੜੀ ਸਮਝ ਨਿਕਲ ਕੇ ਆ ਰਹੀ ਹੈ ਕਿ ਇਹ ਉਹਨਾਂ ਪ੍ਰੋਟੀਨਸ ਕਰਕੇ ਹੁੰਦਾ ਹੈ ਜਿਹੜੇ ਪ੍ਰੋਟੀਨਸ ਸਾਡੇ ਪ੍ਰੋਟੀਨਸ ਦੇ ਨੇੜੇ ਮਿਲਦੇ ਜੁਲਦੇ ਹੁੰਦੇ ਉਹਨਾਂ ਦੀ ਸ਼ਕਲ। ਜਦੋਂ ਤੁਸੀਂ ਉਹ ਪ੍ਰੋਟੀਨ ਖਾਂਦੇ ਹੋ ਜਿਹੜੇ ਹੈ ਤਾਂ ਕਿਸੇ ਹੋਰ ਦੇ ਨੇ ਪਰ ਤੁਹਾਡੇ ਪ੍ਰੋਟੀਨ ਨਾਲ ਮਿਲਦੇ ਜੁਲਦੇ ਆ, ਅਤੇ ਉਹ ਕਿਹੜੇ ਪ੍ਰੋਟੀਨ ਹੁੰਦੇ ਆ? ਉਹ ਹੁੰਦੇ ਆ ਐਨੀਮਲ ਫੂਡ ਦੇ ਪ੍ਰੋਟੀਨਸ। ਜਾਨਵਰਾਂ ਦੇ ਜਿਹੜੇ ਪੌਦਿਆਂ ਦੇ ਪ੍ਰੋਟੀਨ ਦਾ ਬਹੁਤ ਹੀ ਫਰਕ ਹੈ ਉਹਨਾਂ ਦਾ। ਮਤਲਬ ਪੌਦਿਆਂ ਦੇ ਪ੍ਰੋਟੀਨ ਅਤੇ ਸਾਡੇ ਪ੍ਰੋਟੀਨ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਅਤੇ ਪ੍ਰੋਟੀਨ ਨੇ ਜਦੋਂ ਹਜਮ ਹੋਣਾ ਹੁੰਦਾ ਤਾਂ ਕੋਈ ਵੀ ਸਰੀਰ ਦੇ ਹਰ ਪ੍ਰਜਾਤੀ ਦੇ ਅੰਦਰ ਇੱਕ ਸਿਸਟਮ ਬਣਿਆ ਹੋਇਆ ਹੈ ਕਿ ਉਹ ਆਪਣਾ ਪ੍ਰੋਟੀਨ ਬਣਾਉਂਦੀ ਹੈ, ਕੋਈ ਬਾਹਰਲਾ ਪ੍ਰੋਟੀਨ ਨਹੀਂ ਵਰਤਦੀ। ਕੋਈ ਆਪਾਂ ਖਾਣਾ ਖਾ ਲਈਏ, ਉਹਦਾ ਪ੍ਰੋਟੀਨ ਸਾਨੂੰ ਨਹੀਂ ਲੱਗਦਾ ਜਾ ਕੇ, ਪਹਿਲਾਂ ਸਰੀਰ ਨੇ ਉਹਨੂੰ ਪ੍ਰੋਟੀਨ ਨੂੰ ਤੋੜਨਾ ਫਿਰ ਆਪਣਾ ਪ੍ਰੋਟੀਨ ਬਣਾਉਣਾ। ਕੋਈ ਵੀ ਪ੍ਰਜਾਤੀ ਹੈ। ਤਾਂ ਇਹਦਾ ਮਤਲਬ ਹੈ ਚਾਹੇ ਅਸੀਂ ਪੌਦਿਆਂ ਦਾ ਖਾਣਾ ਖਾ ਲਈਏ ਅਤੇ ਚਾਹੇ ਅਸੀਂ ਖਾ ਲਈਏ ਜੰਗਲਾਂ ਦਾ ਖਾਣਾ, ਉਹ ਅਲਟੀਮੇਟਲੀ ਜਾ ਕੇ ਟੁੱਟ ਕੇ ਫਿਰ ਸਾਡੇ ਪ੍ਰੋਟੀਨ ਬਣਨੇ ਹੁੰਦੇ ਆ। ਪਰ ਜਦੋਂ ਉਹ ਟੁੱਟਣ ਭੱਜਣ ਹੁੰਦਾ ਹੈ ਤਾਂ ਜਿਹੜੇ ਐਨੀਮਲ ਪ੍ਰੋਟੀਨ ਹੁੰਦੇ ਆ ਇਹ ਕਿਉਂਕਿ ਸਾਡੇ ਪ੍ਰੋਟੀਨ ਨਾਲ ਮਿਲਦੇ ਜੁਲਦੇ ਆ, ਅਤੇ ਜੇ ਇਹਨਾਂ ਦਾ ਅਨਡਾਈਜੈਸਟਡ ਪਾਰਟ ਥੋੜ੍ਹਾ ਜਿਹਾ ਵੀ ਸਾਡੇ ਖੂਨ ਚਲਾ ਜਾਂਦਾ ਹੈ ਤਾਂ ਸਾਡੀ ਬੋਡੀ ਰਿਐਕਟ ਕਰਦੀ ਉਹਨੂੰ, ਕਿਉਂਕਿ ਸਾਡੀ ਬੋਡੀ ਨੂੰ ਸਮਝ ਨਹੀਂ ਆਉਂਦੀ ਕਿ ਇਹ ਮੇਰਾ ਪ੍ਰੋਟੀਨ ਹੈ ਕਿ ਇਹ ਕਿਸੇ ਹੋਰ ਦਾ ਪ੍ਰੋਟੀਨ ਹੈ। ਤਾਂ ਉਹ ਕਨਫਿਊਜ਼ਨ ਜੋ ਹੋ ਜਾਂਦੀ ਹੈ ਤਾਂ ਉਹ ਬਦਲ ਕੇ ਉਹਨਾਂ ਪ੍ਰੋਟੀਨ ਨੂੰ ਡਿਸਟਰੋਏ ਕਰਦੀ ਹੈ ਜਿਹੜੇ ਕਿ ਉਹਨੂੰ ਸਮਝੀ ਬਾਹਰੋਂ ਆਏ ਆ, ਅਤੇ ਉਹ ਕਿਉਂਕਿ ਮਿਲਦੇ ਜੁਲਦੇ ਹੁੰਦੇ ਆਪਣੇ ਪ੍ਰੋਟੀਨ ਨੂੰ ਵੀ ਡੈਮੇਜ ਕਰ ਲੈਂਦੀ ਹੈ। ਅਤੇ ਇਹਨੂੰ ਕਹਿੰਦੇ ਆਟੋ ਇਮਿਊਨ ਡਿਸਆਰਡਰਸ। ਅਤੇ ਆਟੋ ਇਮਿਊਨ ਡਿਸਆਰਡਰ ਹੁੰਦੇ ਜਿਹੜੇ ਐਨੀਮਲ ਫੂਡ ਦੇ ਖਿਲਾਫ ਜ਼ਿਆਦਾ ਹੁੰਦੇ ਆ। ਅਤੇ ਇਹ ਬਿਲਕੁਲ ਸੰਭਾਵਨਾ ਹੈ ਕਿ ਮੱਛੀ ਦਾ ਅਤੇ ਜਿਹੜਾ ਪ੍ਰੋਟੀਨ ਹੈ ਅਤੇ ਜਿਹੜਾ ਦੁੱਧ ਦਾ ਪ੍ਰੋਟੀਨ ਹੈ ਇਹ ਮਿਲ ਕੇ ਕੋਈ ਇਹੋ ਜਿਹਾ ਕੰਪਾਊਂਡ ਬਣਾਉਂਦੇ ਹੋਣ ਜਿਹਦੇ ਨਾਲ ਸਾਡੀ ਬਾਡੀ ਕਨਫਿਊਜ਼ ਹੁੰਦੀ ਹੋਵੇ ਅਤੇ ਉਹ ਆਟੋ ਇਮਿਊਨ ਡਿਸਆਰਡਰ ਕ੍ਰੀਏਟ ਕਰਦੀ ਹੋਵੇ। ਬਿਲਕੁਲ ਸੰਭਵ ਹੈ। ਇਸ ਕਰਕੇ ਇਸ ਜਿਹੜੀ ਇਹ ਧਾਰਨਾ ਨੂੰ ਆਪਾਂ ਨੂੰ ਮਹੱਤਤਾ ਦੇਣੀ ਚਾਹੀਦੀ ਹੈ। ਔਰ ਇਸ ਤੋਂ ਵੀ ਕੁਲਵੰਤ ਜੀ, ਸਭ ਤੋਂ ਪਹਿਲਾਂ ਆਪਾਂ ਨੂੰ ਇਹ ਗੱਲ ਸਪਸ਼ਟ ਕਰਨੀ ਚਾਹੀਦੀ ਸਰੋਤਿਆਂ ਨੂੰ ਕਿ ਜਿਹੜਾ ਸਿਹਤ ਸੱਭਿਆਚਾਰ ਹੁੰਦਾ, ਹਰ ਸੱਭਿਅਤਾ ਦਾ ਇੱਕ ਸਿਹਤ ਸੱਭਿਆਚਾਰ ਹੁੰਦਾ ਜੀ। ਉਹ ਸਿਹਤ ਸੱਭਿਆਚਾਰ ਕ੍ਰੀਏਟ ਕੀਤਾ ਜਾਂਦਾ ਬਜ਼ੁਰਗਾਂ ਰਾਹੀਂ, ਸਿਆਣੇ ਲੋਕਾਂ ਰਾਹੀਂ, ਅਤੇ ਹੌਲੀ ਹੌਲੀ ਬਣਦਾ। ਉਹ ਕੋਈ ਇੱਕ ਦਿਨ 'ਚ ਨਹੀਂ ਬਣਦਾ, ਉਹ ਹਜ਼ਾਰਾਂ ਲੱਖਾਂ ਸਾਲ 'ਚ ਬਣਦਾ ਆਉਂਦਾ। ਅਤੇ ਵਰਬਲ ਓਰਲ ਟ੍ਰੈਡੀਸ਼ਨ ਨਾਲ ਅੱਗੇ ਦੀ ਅੱਗੇ ਜਾਈ ਜਾਂਦਾ। ਕਹਾਣੀਆਂ ਤੋਂ, ਦਾਦੀ ਨਾਨੀ ਦੀਆਂ ਕਹਾਣੀਆਂ ਤੋਂ, ਮਾਂ ਪਿਓ ਦੀਆਂ ਕਹਾਣੀਆਂ ਤੋਂ ਬੱਚਾ ਸਿੱਖਦਾ ਹੈ, ਬੱਚਾ ਆਪਣੇ ਬੱਚਿਆਂ ਨੂੰ ਸਿਖਾਉਂਦਾ, ਅਤੇ ਉਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ। ਅਤੇ ਉਹ ਐਸੀ ਛਾਣ ਪੁਣ ਕੇ ਉਹਨੂੰ ਇੰਨੀ ਛਾਨਣੀ ਲੱਗ ਚੁੱਕੀ ਹੁੰਦੀ ਹੈ ਕਿ ਉਹ ਕਿਤੇ ਨਾ ਕਿਤੇ ਉਹੀ ਗੱਲਾਂ ਜਿਹੜੀਆਂ ਨੇ ਉਹ ਟਿਕਾਊ ਹੁੰਦੀਆਂ ਨੇ, ਜਿਨ੍ਹਾਂ ਗੱਲਾਂ 'ਚ ਕੋਈ ਦਮ ਹੁੰਦਾ।
ਬਿਨਾਂ ਦਮ ਵਾਲੀਆਂ ਗੱਲਾਂ ਟਿਕਦੀਆਂ ਨਹੀਂ ਹੈ ਬਹੁਤੀਆਂ। ਤੇ ਇਸ ਕਰਕੇ ਜਿਹੜਾ ਪੁਰਾਤਨ ਸਿਹਤ ਸੱਭਿਆਚਾਰ ਹੁੰਦਾ, ਇਹਨੂੰ ਹਮੇਸ਼ਾ ਗੰਭੀਰਤਾ ਨਾਲ ਲੈਣਾ ਚਾਹੀਦਾ। ਅਸੀਂ ਹੁਣ ਜੋ ਪਿਛੋਕੜ 'ਚ ਦੇਖਦੇ ਹਾਂ ਤਾਂ ਜਿੰਨੀਆਂ ਅਸੀਂ ਬਜ਼ੁਰਗਾਂ ਦੀਆਂ ਗੱਲਾਂ ਨੂੰ ਅਣਗੌਲਿਆਂ ਕੀਤਾ, ਅਸੀਂ ਉਹਦਾ ਬਹੁਤ ਸੀਰੀਅਸ ਖਾਮਿਆਜ਼ਾ ਭੁਗਤ ਰਹੇ ਹਾਂ। ਅਸੀਂ ਸਾਰਾ ਕੁਝ ਆਪਣਾ ਡਿਸਟਰੋਇਆ ਕੀਤਾ ਉਸ ਪੁਰਾਤਨ ਸਿਹਤ ਸੱਭਿਆਚਾਰ ਦੇ ਖਿਲਾਫ ਜਾ ਕੇ। ਅਸੀਂ ਉਹਨੂੰ ਟਿੱਚ ਸਮਝਿਆ, ਅਸੀਂ ਆਪਣੇ ਅਖੌਤੀ ਸਾਇੰਸ ਦੇ ਮਗਰ ਜਾ ਕੇ ਅਸੀਂ ਆਪਣੀ ਉਹਨਾਂ ਗੱਲਾਂ ਨੂੰ ਨਾ ਸਮਝੀ ਕਰਕੇ ਨਹੀਂ ਮੰਨਿਆ, ਅਤੇ ਅੱਜ ਅਸੀਂ ਉਹਦਾ ਖਾਮਿਆਜ਼ਾ ਭੁਗਤ ਰਹੇ ਹਾਂ। ਇਸ ਕਰਕੇ ਪੁਰਾਤਨ ਗੱਲਾਂ ਨੂੰ ਹਮੇਸ਼ਾ ਗੰਭੀਰਤਾ ਨਾਲ ਲੈਣਾ ਚਾਹੀਦਾ, ਔਰ ਸਿਰਫ ਉਹ ਚੀਜ਼ਾਂ ਨੂੰ ਸਾਨੂੰ ਛੱਡਣਾ ਚਾਹੀਦਾ ਜਿਹੜੀਆਂ ਕਿ ਨੁਕਸਾਨ ਕਰਦੀਆਂ ਹੋਣ। ਬਹੁਤ ਸਾਰੀਆਂ ਜਿਹੜੀਆਂ ਪੁਰਾਤਨ ਗੱਲਾਂ ਨੇ ਜੋ ਗਲਤ ਵੀ ਨਿਕਲਣ, ਮੰਨ ਲਓ ਉਹਨਾਂ 'ਚ ਠੋਸ ਸੁਧਾਰਨਾ ਵੀ ਹੋਵੇ ਅਤੇ ਉਹ ਕੋਈ ਨੁਕਸਾਨ ਨਾ ਕਰਦੀਆਂ ਹੋਣ, ਤਾਂ ਵੀ ਮੰਨਣ 'ਚ ਕੋਈ ਹਰਜ ਨਹੀਂ, ਕਿਉਂਕਿ ਉਹਨੂੰ ਪਹਿਲਾਂ ਪ੍ਰਜ਼ਿਊਮ ਕਰਨਾ ਚਾਹੀਦਾ ਕਿ ਉਹ ਠੀਕ ਹੋ ਸਕਦੀਆਂ ਨੇ, ਕਿਉਂਕਿ ਸਾਡੀਆਂ ਅਨੇਕਾਂ ਪੀੜ੍ਹੀਆਂ ਨੇ ਉਹਨੂੰ ਟੈਸਟ ਕੀਤਾ। ਸੋ ਇਸ ਕਰਕੇ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ ਕਿ ਜਿਹੜੀ ਇਹ ਦੁੱਧ ਅਤੇ ਜਿਹੜੀ ਮੱਛੀ ਹੈ, ਇਹਨੂੰ ਅਗਰ ਅਸੀਂ ਇਕੱਠਾ ਖਾਵਾਂਗੇ ਤਾਂ ਇਸ ਗੱਲ ਦੀ ਸੰਭਾਵਨਾ ਪੂਰੀ ਹੈਗੀ ਹੈ ਕਿ ਸਾਨੂੰ ਕੋਈ ਵੀ ਆਟੋਇਮਿਊਨ ਡਿਸਆਰਡਰ ਹੋ ਜਾਵੇ। ਜਿਹੜਾ ਅਗਲਾ ਵਹਿਮ ਹੈ ਜੀ, ਇੱਕ ਹੈਗਾ ਪੱਤਾ ਗੋਭੀ ਨੂੰ ਲੈ ਕੇ। ਪੱਤਾ ਗੋਭੀ ਜਿਹੜਾ ਹੈ, ਇਹਦੇ ਬਾਰੇ ਇੱਕ ਬਹੁਤ ਵੱਡਾ ਜਿਹੜਾ ਡਰ ਪੈਦਾ ਹੋਇਆ ਆਮ ਪਬਲਿਕ ਦੇ ਵਿੱਚ ਕਿ ਪੱਤਾ ਗੋਭੀ ਦੇ ਅੰਦਰ ਇੱਕ ਐਸਾ ਕੀੜਾ ਹੈ ਜਿਹੜਾ ਕਿ ਜਿੰਨਾ ਮਰਜ਼ੀ ਉਹਨੂੰ ਪਕਾ ਲਓ, 1000 ਡਿਗਰੀ ਦੇ ਉੱਤੇ ਵੀ ਪਕਾ ਲਓ, ਪਰ ਉਹ ਮਰਦਾ ਨਹੀਂ ਹੈਗਾ, ਅਤੇ ਉਹ ਖੂਨ ਦੇ ਵਿੱਚ ਜੋ ਜਾਂਦਾ ਤਾਂ ਉਹ ਅੰਡਾ ਜਿਹੜਾ ਖੂਨ ਦੇ ਵਿੱਚ ਜਾ ਕੇ ਫੁੱਟ ਜਾਂਦਾ, ਅਤੇ ਉਸ ਤੋਂ ਬਾਅਦ ਉਹ ਦਿਮਾਗ ਦੇ ਵਿੱਚ ਜਾ ਕੇ ਬੈਠ ਜਾਂਦਾ, ਅਤੇ ਬੰਦੇ ਦਾ ਦਿਮਾਗੀ ਜਿਹੜੀ ਉਹਨੂੰ ਬਿਮਾਰੀ ਅਜਿਹੀ ਹੋ ਜਾਂਦੀ ਹੈ, ਉਹਨੂੰ ਦੌਰੇ ਪੈਣ ਲੱਗ ਜਾਂਦੇ ਨੇ, ਉਹ ਬਹੁਤ ਕੁਛ ਨਾ ਕੁਛ ਉਹਦਾ ਇਹੋ ਜਿਹਾ ਹੋ ਜਾਂਦਾ ਕਿ ਜਿਹਦੇ ਨਾਲ ਅੱਗੇ ਚੱਲ ਕੇ ਉਹਦੀ ਮੌਤ ਵੀ ਹੋ ਸਕਦੀ ਹੈ। ਇਹਦੇ ਪਿੱਛੇ ਕਿੰਨੀ ਕੁ ਸੱਚਾਈ ਹੈ? ਹਾਂਜੀ, ਬਿਲਕੁਲ ਸੱਚ ਹੈ ਇਹ। ਕੁਛ ਕੁ ਗੱਲ ਨੂੰ ਛੱਡ ਕੇ ਉਹ ਸੱਚ ਕੀ ਹੈ ਕਿ ਟੇਪ ਵਾਰਮ ਕਹਿੰਦੇ ਉਹਨੂੰ, ਟੇਪ ਵਾਰਮ ਇਹ ਕੀੜਾ ਹੁੰਦਾ। ਟੇਪ ਵਾਰਮ ਦਾ ਜਿਹੜਾ ਅੰਡਾ ਰੂਪੀ ਹੈ ਜਾਂ ਜੋ ਉਹਦਾ ਸੂਖਸ਼ਮ ਰੂਪ ਹੈ, ਉਹ ਗੋਭੀ 'ਚ, ਬੰਦ ਗੋਭੀ 'ਚ ਆਉਣ ਦੀ ਸੰਭਾਵਨਾ ਇਸ ਕਰਕੇ ਹੁੰਦੀ ਹੈ ਕਿ ਸਾਡੇ ਸੱਭਿਆਚਾਰ 'ਚ ਸਬਜ਼ੀਆਂ ਨੂੰ ਕੱਚੇ ਸੀਵਰ ਦੇ ਪਾਣੀ 'ਤੇ ਪਾਲਿਆ ਜਾਂਦਾ। ਕੱਚਾ ਪਾਣੀ ਸਮਝਦੇ ਤੁਸੀਂ? ਕੱਚਾ ਪਾਣੀ ਦਾ ਮਤਲਬ ਜਿਹੜਾ ਕਿ ਪਾਣੀ ਬਿਨਾਂ ਪ੍ਰੋਸੈਸ ਕੀਤੇ ਖੇਤਾਂ ਨੂੰ ਲਾਤਾ ਜਾਂਦਾ, ਕਿਉਂਕਿ ਸੀਵਰ ਦੇ ਪਾਣੀ ਬਾਰੇ ਇੱਕ ਜਿਹੜੀ ਹੈ ਸਾਇੰਟੀਫਿਕ ਤਰੀਕਾ ਸੀਵਰ ਦੇ ਪਾਣੀ ਨੂੰ ਲਾਉਣ ਦਾ, ਉਹ ਹੈਗਾ ਕਿ ਸੀਵਰ ਦੇ ਪਾਣੀ ਨੂੰ ਪਹਿਲਾਂ ਖੜਾਓ, ਉਹਨੂੰ ਖਾਸ ਮਿਆਦ ਤੱਕ ਖੜਾਓ, ਫਿਰ ਉਹਨੂੰ ਖਾਸ ਢੰਗ ਨਾਲ ਪ੍ਰੋਸੈਸ ਕਰੋ ਅਤੇ ਫਿਰ ਉਹਨੂੰ ਖੇਤਾਂ 'ਚ ਲਾਓ। ਸਿੱਧਾ ਕੱਚਾ ਸੀਵਰ ਦਾ ਪਾਣੀ, ਸੀਵਰ ਦਾ ਜਿਹੜਾ ਜਿਹਦੇ ਅੰਦਰ ਮੁੱਖੀ ਲੈਟਰਿਨ ਮਲ ਮੂਤਰ ਹੈਗਾ, ਉਹਦਾ ਖੇਤਾਂ ਨੂੰ ਲਾਉਣਾ ਖਤਰੇ ਤੋਂ ਖਾਲੀ ਨਹੀਂ ਹੈ, ਕਿਉਂਕਿ ਜਦੋਂ ਖੇਤਾਂ ਨੂੰ ਲੱਗੇਗਾ ਤਾਂ ਉਹਦੇ ਅੰਦਰ ਜੋ ਬਿਮਾਰੀ ਦੇ ਕੀਟਾਣੂ ਨੇ ਜਾਂ ਕੀੜੇ ਨੇ, ਉਹ ਕਿਤੇ ਨਾ ਕਿਤੇ ਸਾਡੀਆਂ ਸਬਜ਼ੀਆਂ 'ਚ ਫਲਾਂ 'ਚ ਆਉਣਗੇ, ਤਾਂ ਉਹ ਜਿਹੜੇ ਫਲ ਸਬਜ਼ੀਆਂ ਅਸੀਂ ਕੱਚੇ ਖਾਵਾਂਗੇ ਖਾਸ ਕਰਕੇ, ਉਹ ਖਤਰਨਾਕ ਹੋ ਜਾਣਗੇ। ਅਤੇ ਇਸ ਕਰਕੇ ਖੇਤਾਂ 'ਚੋਂ ਬਾਜ਼ਾਰ 'ਚ ਤੋਂ ਆਇਆ ਹੋਇਆ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਨਹੀਂ ਖਾਣੀਆਂ ਚਾਹੀਦੀਆਂ। ਜਿਵੇਂ ਕੱਚੀ ਪਾਲਕ ਨਹੀਂ ਖਾਣੀ ਚਾਹੀਦੀ। ਪਾਲਕ ਨੂੰ ਸਲਾਦ ਦੇ ਤੌਰ 'ਤੇ ਖਾਣਾ ਹੋਵੇ ਤਾਂ ਬਿਲਕੁਲ ਬਾਹਰਲੀ ਜਿਸ ਖੇਤ ਦਾ ਆਪਾਂ ਨੂੰ ਪਤਾ ਨਹੀਂ ਵੀ ਕਿੱਥੋਂ ਆਈ ਹੈ ਪਾਲਕ, ਉਹ ਜੇ ਉਹ ਕਿਤੇ ਰॉ ਸੀਵਰ ਵਾਟਰ ਲੱਗਿਆ ਹੋਇਆ ਤਾਂ ਉਹ ਪਾਲਕ ਜਿਹੜੀ ਹੈ ਤੁਹਾਨੂੰ ਫੂਡ ਪਾਇਜ਼ਨਿੰਗ ਕਰੇਗੀ। ਸੇਮ ਜਿਹੜੀ ਹੈਗੀ ਹੈ ਉੱਥੋਂ ਦਾ ਜਿੰਨੀ ਵੀ ਪੱਤੇਦਾਰ ਚੀਜ਼ਾਂ ਨੇ, ਉਹ ਚਾਹੇ ਧਨੀਆ ਹੈ, ਚਾਹੇ ਪੁਦੀਨਾ ਹੈ, ਚਾਹੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਅਸੀਂ ਕੱਚੀਆਂ ਖਾਣੀਆਂ ਨੇ, ਅਤੇ ਉਹ ਉਸ ਖੇਤ 'ਚੋਂ ਆਈਆਂ ਨੇ ਜਿੱਥੇ ਕਿ ਸੀਵਰ ਦਾ ਪਾਣੀ ਲੱਗਿਆ ਹੋਇਆ, ਤਾਂ ਉਹ ਸਾਨੂੰ ਬਿਮਾਰ ਕਰ ਲੈਣਗੀਆਂ। ਅਤੇ ਬੰਦ ਗੋਭੀ ਇਸ ਕਰਕੇ ਬਹੁਤ ਜ਼ਿਆਦਾ ਇਸ ਮਾਮਲੇ 'ਚ ਬਦਨਾਮ ਹੈ, ਕਿਉਂਕਿ ਬੰਦ ਗੋਭੀ ਜਦੋਂ ਲੱਗਦੀ ਹੈ ਨਾ, ਮਤਲਬ ਸ਼ੁਰੂ ਹੁੰਦੀ ਹੈ ਤਾਂ ਐਂ ਖੁੱਲ੍ਹੀ ਹੁੰਦੀ ਹੈ ਪੱਤੇ ਉਹਦੇ, ਬਾਅਦ 'ਚ ਹੌਲੀ ਹੌਲੀ ਉਹ ਬੰਦ ਹੁੰਦੇ ਆ। ਇਹ ਉਲਟ ਹੁੰਦਾ ਉਹਦਾ ਕਿ ਪਹਿਲਾਂ ਪੱਤਾ ਐਂ ਖੁੱਲ੍ਹਿਆ ਹੁੰਦਾ, ਫਿਰ ਉਹ ਕਲੋਜ਼ ਹੋ ਜਾਂਦਾ ਅਤੇ ਉਹ ਬੰਦ ਬਣਦੀ ਹੈ। ਜਦੋਂ ਕਲੋਜ਼ ਹੁੰਦਾ ਤਾਂ ਉਹਦੇ ਵਿਚਾਲੇ ਉਹ ਜਿਹੜੀ ਡਸਟ ਹੈ ਵਿਚਾਲੇ ਫਸ ਜਾਂਦੀ ਹੈ, ਉਹਦੇ ਜਿਹੜੀ ਮਿੱਟੀ ਉਸ ਗੰਦੇ ਪਾਣੀ ਦੇ ਨਾਲ ਪਲੂਟ ਹੋਈ ਪ੍ਰਦੂਸ਼ਿਤ ਹੋਈ ਮਿੱਟੀ ਜਿਹੜੀ ਹੈ, ਜਿਹਦੇ ਅੰਦਰ ਕਿ ਮਨੁੱਖੀ ਲੈਟਰਨ ਕੱਚੀ ਹੈ, ਰॉ ਫਾਰਮ 'ਚ ਹੈ, ਤਾਂ ਉਹ ਕੀ ਹੁੰਦਾ, ਉਹਦੇ ਅੰਦਰ ਉਹ ਕੀੜੇ ਬਣ ਜਾਂਦੇ ਆ। ਅਤੇ ਉਹਦੇ ਅੰਦਰ ਇੱਕ ਕੀੜਾ ਹੁੰਦਾ ਜਿਹਨੂੰ ਕਹਿੰਦੇ ਅਸੀਂ ਸਿਸਟੀਸਰਕੋਸਿਸ, ਯਾਨੀ ਕਿ ਟੇਪ ਵਾਰਮ ਦਾ ਬੀਜ ਰੂਪ, ਉਹ ਸਿਸਟੀ ਰੂਪ। ਅਤੇ ਉਹ ਜੇ ਨਰਵਸ ਸਿਸਟਮ ਚਲਾ ਜਾਵੇ ਉਹ ਤਾਂ ਐਡਾ ਖਤਰਨਾਕ ਹੈ ਕਿ ਨਿੱਕਾ ਜਿਹਾ ਵੀ ਅਗਰ ਜਾ ਕੇ ਉੱਥੇ ਜੰਮ ਜਾਵੇ ਤਾਂ ਤੁਹਾਨੂੰ ਦੌਰਾ ਪੈਣਾ ਸ਼ੁਰੂ ਹੋ ਜਾਂਦਾ, ਕਿਉਂਕਿ ਬ੍ਰੇਨ ਦੇ ਅੰਦਰ ਥਾਂ ਹੀ ਨਹੀਂ ਹੈ। ਉਹ ਜਦੋਂ ਜਾ ਕੇ ਕੀੜਾ ਉੱਥੇ ਵਧਣਾ ਫੁੱਲਣਾ ਸ਼ੁਰੂ ਕਰਦਾ, ਥੋੜ੍ਹਾ ਜਿਹਾ ਵੱਡਾ ਹੋ ਜਾਂਦਾ, ਜਦੋਂ ਵੀ ਵੱਡਾ ਹੁੰਦਾ ਤਾਂ ਬ੍ਰੇਨ ਦੇ ਅੰਦਰ ਥਾਂ ਨਹੀਂ ਹੈ ਉਹਦੇ ਵਧਣ ਫੁੱਲਣ ਵਾਸਤੇ, ਬਾਕੀ ਥਾਂ 'ਤੇ ਜਾਊਗਾ ਤਾਂ ਕੋਈ ਫਰਕ ਨਹੀਂ ਪੈਣਾ। ਮੰਨ ਲਓ ਕਿ ਮੇਰੇ ਪੇਟ ਚਲਾ ਗਿਆ, ਲਿਵਰ ਚਲਾ ਗਿਆ, ਤਾਂ ਲਿਵਰ ਨੇ ਉਹਨੂੰ ਕੁਝ ਨਹੀਂ ਕਹਿਣਾ, ਉਹ ਮਾੜਾ ਮੋਟਾ ਵੱਡਾ ਵੀ ਹੋ ਜਾਊਗਾ, ਪਿਆ ਰਹੂਗਾ ਉੱਥੇ, ਕੁਝ ਨਹੀਂ, ਕੋਈ ਵੱਡਾ ਲੰਬਾ ਚੌੜਾ ਕੰਮ ਨਹੀਂ ਹੈ। ਲੇਕਿਨ ਬ੍ਰੇਨ 'ਚ ਥਾਂ ਹੀ ਹੈ ਨਹੀਂ ਗੀ ਖਾਲੀ, ਅਤੇ ਜੇ ਉਹ ਬਹੁਤ ਹੀ ਮਾਈਕਰੋਸਕੋਪਿਕ ਹੁੰਦਾ ਹੈ, ਸੂਖਸ਼ਮ ਹੁੰਦਾ, ਅਤੇ ਜੋ ਵੱਧ ਕੇ 1 ਸੈਂਟੀਮੀਟਰ ਦਾ ਵੀ ਹੋ ਗਿਆ ਜਾਂ ਅੱਧੇ ਸੈਂਟੀਮੀਟਰ ਦਾ ਵੀ ਹੋ ਗਿਆ, ਤਾਂ ਵੀ ਉਹਨੇ ਤੁਹਾਡੇ ਬ੍ਰੇਨ ਨੂੰ ਛੇੜਨਾ ਸ਼ੁਰੂ ਕਰ ਦੇਣਾ। ਤਾਂ ਇਸ ਕਰਕੇ ਬਿਲਕੁਲ ਸਹੀ ਧਾਰਨਾ ਹੈ ਕਿ ਜਿਹੜਾ ਬੰਦ ਗੋਭੀ ਹੈ, ਇਹ ਕੱਚੀ ਬੰਦ ਗੋਭੀ, ਪੱਕੀ ਵਾਲੀ ਗੱਲ ਤੁਹਾਡੀ ਠੀਕ ਨਹੀਂ ਹੈ, ਪੱਕਣ 'ਤੇ ਉਹ ਕੀੜਾ ਮਰ ਜਾਂਦਾ, ਪੱਕਣ 'ਤੇ ਕੋਈ ਰਿਸਕ ਨਹੀਂ ਹੈ।
ਲੇਕਿਨ ਕੱਚਾ ਅਗਰ ਅਸੀਂ ਬੰਦ ਗੋਭੀ ਖਾਵਾਂਗੇ ਸਲਾਦ ਦੇ ਤੌਰ ਤੇ ਤਾਂ ਬਹੁਤ ਹੀ ਖਤਰਨਾਕ ਹੈ। ਇਸ ਕਰਕੇ ਕਦੇ ਵੀ ਬੰਦ ਗੋਭੀ ਸਲਾਦ 'ਚ ਨਹੀਂ ਖਾਣੀ ਚਾਹੀਦੀ ਜਦ ਤੱਕ ਉਹ ਤੁਹਾਨੂੰ ਪਤਾ ਨਹੀਂ ਹੈ ਕਿ ਉਸ ਖੇਤ 'ਚੋਂ ਆਈ ਹੈ ਜਿੱਥੇ ਕਿ ਸੀਵਰ ਦਾ ਪਾਣੀ ਨਹੀਂ ਲੱਗਿਆ। ਇਹ ਸਿੰਪਲ ਉੱਥੇ ਖੇਤੀ ਹੈ ਉਹ। ਜੇਕਰ ਉਹ ਬਾਜ਼ਾਰ 'ਚ ਹੈ ਅਤੇ ਤੁਹਾਨੂੰ ਉਹਦੀ ਸੋਰਸ ਪਤਾ ਨਹੀਂ ਹੈ ਤਾਂ ਉਹ ਬੰਦ ਗੋਭੀ ਜਿਹੜੀ ਹੈ ਕੱਚੀ ਨਹੀਂ ਖਾਣੀ ਚਾਹੀਦੀ। ਇਸੇ ਤਰ੍ਹਾਂ ਡਾਕਟਰ ਸਾਹਿਬ ਇੱਕ ਹੋਰ ਜਿਹੜਾ ਵਹਿਮ ਹੈ ਜਾਂ ਇਹ ਕਹਿ ਲਓ ਵੀ ਅਕਸਰ ਜਿਹੜੇ ਸਾਡੇ ਬਜ਼ੁਰਗ ਸਾਨੂੰ ਮਨਾ ਕਰਦੇ ਨੇ ਵੀ ਫਰੂਟ ਖਾ ਕੇ ਸਾਨੂੰ ਪਾਣੀ ਨਹੀਂ ਪੀਣਾ ਚਾਹੀਦਾ, ਜਿਵੇਂ ਖਾਸ ਕਰਕੇ ਖੀਰਾ ਹੋ ਗਿਆ, ਤਰਬੂਜ ਹੋ ਗਿਆ, ਜਾਂ ਫਿਰ ਹੋਰ ਜਿਹੜੇ ਨੇ ਆਪਣਾ ਖਰਬੂਜਾ ਹੋ ਗਿਆ, ਅੰਬ ਹੋ ਗਿਆ, ਇਸ ਤਰ੍ਹਾਂ ਜਿਹੜੇ ਹੋਰ ਜਿਹੜੇ ਫਰੂਟ ਨੇ ਇਹ ਸਾਰੇ ਆਪਾਂ ਨੂੰ ਖਾ ਕੇ ਜਿਹੜਾ ਉਹ ਪਾਣੀ ਨਹੀਂ ਪੀਣਾ ਚਾਹੀਦਾ। ਇਹਦੇ ਪਿੱਛੇ ਕੀ ਸੱਚਾਈ ਹੈ? ਸੋ ਉਹਦੇ 'ਚ ਇੱਦਾਂ ਹੁੰਦਾ ਕੁਛ ਖਾਣੇ ਜਿਹੜੇ ਨੇ ਉਹਨੇ ਪੇਟ ਜਿਹੜਾ ਹੁੰਦਾ ਹੈ ਪੇਟ ਦੇ ਅੰਦਰ ਖਾਣਾ ਰੁਕਦਾ ਹੈ। ਪੇਟ ਦੇ ਅੰਦਰ ਤੁਸੀਂ ਖਾਣਾ ਖਾ ਲੈਂਦੇ ਆ ਤਾਂ ਘੰਟਾ, ਡੇਢ ਘੰਟਾ, 2 ਘੰਟੇ, 3 ਘੰਟੇ ਤੱਕ ਵੀ ਖਾਣੇ ਦੇ ਸੁਭਾਅ ਦੇ ਹਿਸਾਬ ਨਾਲ ਉਹ ਪੇਟ ਨੂੰ ਰੋਕ ਲੈਂਦਾ। ਕਿਉਂਕਿ ਜਦੋਂ ਪੇਟ ਜਾਂਦਾ ਖਾਣਾ ਤਾਂ ਪੇਟ ਦਾ ਰਸਤਾ ਅੰਦਰ ਜਾਣ ਦਾ ਬਹੁਤ ਖੁੱਲ੍ਹਾ ਹੈ। ਅੰਦਰ ਜਾ ਕੇ ਪੇਟ 'ਚ ਬੈਗ ਹੈ, ਪੇਟ ਇੱਕ ਵੱਡਾ ਸਾਰਾ ਬੈਗ ਹੈ ਜਿਹਦੀ ਕਪੈਸਿਟੀ 2 ਕਿਲੋ ਤੱਕ ਵੀ 1.5 ਕਿਲੋ ਤੱਕ ਹੁੰਦੀ ਹੈ ਕਿ ਉਹ ਬੈਗ ਉਹਨੂੰ 2 ਘੰਟੇ 1.5 ਕਿਲੋ ਤੱਕ ਖਾਣਾ ਲੈ ਸਕਦਾ। ਲੇਕਿਨ ਜਿਹੜੀ ਅੱਗੇ ਲੰਘਣ ਦਾ ਮੋਰੀ ਹੈ ਉਹ ਇੰਨੀ ਬਰੀਕ ਹੈ, ਸੂਈ ਜਿੰਨੀ, ਕਿ ਜਦੋਂ ਖਾਣਾ ਹਜ਼ਮ ਹੋ ਜਾਂਦਾ ਹੈ ਅਤੇ ਉਹ ਬਿਲਕੁਲ ਲਿਕੁਇਡ ਫਾਰਮ 'ਚ ਹੋ ਜਾਂਦਾ ਹੈ ਤਾਂ ਉਹ ਹੌਲੀ ਫਿਰ ਪਿਚਕਾਰੀ ਵਾਂਗੂ, ਜਿਵੇਂ ਸਿਰੰਜ ਦੀ ਪਿਚਕਾਰੀ ਨਹੀਂ ਹੁੰਦੀ, ਜਦੋਂ ਮਤਲਬ ਉਹ ਹਜ਼ਮ ਹੋ ਜਾਂਦਾ ਤਾਂ ਫਿਰ ਉਹ ਜਿਵੇਂ ਪਿਚਕਾਰੀ ਸਿਰੰਜ ਦੀ ਹੁੰਦੀ ਤਾਂ ਹੌਲੀ ਫਿਰ ਉਹ ਥੋੜ੍ਹਾ ਜਿਹਾ ਗਿਆ, ਫਿਰ ਥੋੜ੍ਹਾ ਜਿਹਾ ਰੁਕ ਗਿਆ, ਫਿਰ ਥੋੜ੍ਹਾ ਜਿਹਾ ਗਿਆ, ਫਿਰ ਥੋੜ੍ਹਾ ਰੁਕ ਗਿਆ। ਉਹ ਕਿਉਂ ਹੁੰਦਾ? ਕਿਉਂਕਿ ਅੱਗੇ ਰਸਾਂ ਨੇ ਹਜ਼ਮ ਕਰਨਾ ਖਾਣਾ। ਤਾਂ ਜੇ ਸਾਰਾ ਹੀ ਖਾਣਾ ਇੱਕਦਮ ਲੰਘ ਜਾਵੇ ਅਤੇ ਰਸ ਉਹਦੇ ਕੰਮ ਨਾ ਕਰ ਸਕਣ ਤਾਂ ਜਿਹੜਾ ਅਣਪਚਿਆ ਖਾਣਾ ਹੈ ਉਹ ਅਣਪਚਿਆ ਖਾਣਾ ਜਾ ਕੇ ਪੇਟ ਖਰਾਬ ਕਰੇਗਾ, ਸੜੇਗਾ, ਗਲੇਗਾ, ਦਰਦ ਕਰੇਗਾ ਪੇਟ ਦੇ ਅੰਦਰ, ਤਾਂ ਉਹ ਸਾਰਾ ਕਰੇਗਾ। ਤਾਂ ਉਹ ਜਿਹੜੇ ਖਾਣੇ ਇਸ ਕੰਮ ਲਈ ਜ਼ਿਆਦਾ ਬਦਨਾਮ ਨੇ ਕਿ ਜੇ ਉਹ ਅਣਪਚੇ ਲੰਘ ਗਏ ਤਾਂ ਉਹ ਬਹੁਤ ਖਰਾਬ ਕਰਦੇ ਆ। ਤਾਂ ਉਹ ਖਾਣੇ ਇਸ ਕੰਮ ਲਈ ਸਾਡੇ ਬਜ਼ੁਰਗ ਮਨਾ ਕਰਦੇ ਸੀਗੇ ਕਿ ਐਸੇ ਖਾਣੇ ਦੇ ਨਾਲ ਪਾਣੀ ਨਾ ਪੀਓ, ਕਿਉਂਕਿ ਪਾਣੀ ਜਦੋਂ ਵੀ ਜਾਏਗਾ, ਪਾਣੀ ਦਾ ਗੁਣ ਕੀ ਹੈ? ਪਾਣੀ ਦਾ ਲਿਕੁਇਡ ਹੈ, ਪਾਣੀ ਨੇ ਤਾਂ ਲੰਘਣਾ ਹੈ ਉੱਦਾਂ ਹੀ, ਪਾਣੀ ਨੇ ਕੋਈ ਹਜ਼ਮ ਥੋੜ੍ਹਾ ਹੋਣਾ। ਤਾਂ ਜੇ ਆਪਾਂ ਜ਼ਿਆਦਾ ਪਾਣੀ ਪੀ ਲਿਆ ਤਾਂ ਪੇਟ ਕੀ ਕਰੇਗਾ? ਖਾਣਾ ਲੈਣ ਵਾਸਤੇ ਪਾਣੀ ਨੂੰ ਲੰਘਾ ਦੇਗਾ, ਅਤੇ ਜਦੋਂ ਪਾਣੀ ਲੰਘੇਗਾ ਤਾਂ ਉਹਦੇ ਨਾਲੋਂ ਅਣਪਚੇ ਉਸ ਖਾਣੇ ਦੇ ਕਣ ਵੀ ਲੰਘ ਜਾਣਗੇ। ਤਾਂ ਜਦੋਂ ਅਣਪਚੇ ਲੰਘਣਗੇ ਤਾਂ ਉਹ ਅਣਪਚ ਹੋਏਗਾ, ਫਿਰ ਉੱਥੇ ਗੈਸ ਬਣਾਏਗਾ, ਦਰਦ ਕਰੇਗਾ, ਕੁਝ ਨਾ ਕੋਈ ਗੜਬੜ ਕਰੇਗਾ। ਤਾਂ ਇਸ ਕਰਕੇ ਸਾਡੇ ਬਜ਼ੁਰਗ ਉਹਨਾਂ ਖਾਣਿਆਂ ਤੋਂ ਬਾਅਦ ਪਾਣੀ ਪੀਣ ਤੋਂ ਮਨਾ ਕਰਦੇ ਸੀਗੇ। ਬਿਲਕੁਲ ਸਹੀ ਧਾਰਨਾ ਉਹ। ਇੱਕ ਜਿਹੜਾ ਕਿਹਾ ਜਾਂਦਾ ਕਿ ਖਾਣਾ ਖਾਣ ਤੋਂ ਬਾਅਦ ਜਿਹੜਾ ਉਹ ਲੇਟਣਾ ਨਹੀਂ ਚਾਹੀਦਾ, ਅਤੇ ਜੇ ਲੇਟਣਾ ਵੀ ਹੈ ਤਾਂ ਉਹ ਖੱਬੀ ਵੱਖੀ ਦੇ ਭਾਰ ਲੇਟਿਆ ਜਾਓ, ਇਹਦੇ ਪਿੱਛੇ ਕੀ ਸੱਚਾਈ ਹੈ? ਬਿਲਕੁਲ ਉਹਦੇ ਕੀ ਹੁੰਦਾ ਕਿ ਮੰਨ ਲਓ ਆਪਾਂ ਖਾਣਾ ਖਾਇਆ, ਪੇਟ ਹੁਣ ਸਾਡਾ ਭਰ ਗਿਆ ਨਾ ਜੀ, ਹੁਣ ਉਹ 2 ਘੰਟੇ 2.5 ਘੰਟੇ ਉਹਨੇ ਪੇਟ ਨੇ ਅੰਦਰ ਪੂਰੀ ਵਧਾਣੀ ਪਾਉਣੀ ਹੈ, ਰੇੜਕਾ ਪਾਉਣਾ। ਉਹਦਾ ਜਿਵੇਂ ਹੁੰਦਾ ਨਾ ਉਹ ਚੱਲਦਾ ਹੈ ਕੋਈ ਬਿਜਲੀ ਵਾਲੀ ਮਧਾਣੀ, ਜਿਸ ਤਰ੍ਹਾਂ ਬਿਜਲੀ ਵਾਲੀ ਮਧਾਣੀ ਤਾਂ ਗੋਲ ਘੁੰਮਦੀ ਹੈ ਉਹ, ਲੇਕਿਨ ਇਹ ਹੋਰ ਤਰ੍ਹਾਂ ਘੁੰਮਦੀ ਥੋੜ੍ਹੀ ਜਿਹੀ ਬਸ। ਜਿਵੇਂ ਆਪਾਂ ਕਹਿ ਸਕਦੇ ਕਿਸੇ ਆਪਾਂ ਝੋਲੇ 'ਚ ਪਾਣੀ ਪਾ ਦਈਏ ਅਤੇ ਫਿਰ ਉਹਨੂੰ ਹਿਲਾਈਏ, ਨੱਬੀਏ, ਕਦੀ ਕਿਤੋਂ ਦੱਬਦੀਏ, ਕਦੀ ਕਿਤੋਂ ਦੱਬਦੀਏ, ਤਾਂ ਉੱਥੇ ਗੇੜੇ ਦੇਈ ਜਾਂਦਾ ਉਹ। ਤਾਂ ਪੇਟ ਦਾ ਕੰਮ ਇਹ ਹੁੰਦਾ ਹੈ, ਉਹਨੂੰ ਚਰਨਿੰਗ ਪ੍ਰੋਸੈਸ ਆਪਾਂ ਜਾਂ ਮਧਾਣੀ ਪੈਣਾ ਕਹਿ ਸਕਦੇ ਹਾਂ ਮੋਟਾ ਜਿਹਾ। ਤਾਂ ਉਹਦਾ ਰੋਲ ਕੀ ਹੁੰਦਾ ਕਿ ਖਾਣੇ ਨੂੰ ਪੂਰੀ ਤਰ੍ਹਾਂ ਮਿਕਸ ਕਰਨਾ, ਫਿਰ ਉਹ ਖਾਣੇ ਨੂੰ ਥੋੜ੍ਹਾ ਜਿਹੜਾ ਉਹ ਪਾਣੀ ਨਾਲ ਮਿਲਾਉਣਾ, ਫਿਰ ਉਹਦੇ ਅੰਦਰ ਉਹ ਰਸ ਤੇਜ਼ਾਬ ਆ ਰਿਹਾ ਹੁੰਦਾ, ਤੇਜ਼ਾਬ ਨੇ ਕੁਛ ਉਹਨੂੰ ਛੋਟਾ ਕਰਨਾ, ਕੁਛ ਉਸ ਮਧਾਣੀ ਪੈਣ ਨਾਲ ਛੋਟਾ ਹੋਣਾ, ਤਾਂ ਨਿੱਕੇ ਕਣਾਂ 'ਚ ਬਦਲਣਾ ਹੁੰਦਾ ਉਹਨੇ। ਤਾਂ ਇਹ ਕੀ ਕਰਾਂਗੇ ਜੇ ਅਸੀਂ ਫੌਰੀ ਖਾਣਾ ਖਾ ਕੇ ਲੇਟ ਗਏ ਤਾਂ ਕਿਉਂਕਿ ਉੱਪਰ ਫੂਡ ਪਾਈਪ ਹੈ ਉਹਦਾ, ਜੇ ਐਂ ਕਰਕੇ ਟੇਢੇ ਲੇਟੋਗੇ ਤੁਸੀਂ ਤਾਂ ਖਾਣਾ ਉੱਪਰ ਨੂੰ ਆਏਗਾ ਮੂੰਹ ਵੱਲ ਨੂੰ, ਤਾਂ ਮੂੰਹ ਵੱਲ ਨੂੰ ਆਏਗਾ ਤਾਂ ਉਹਦੇ 'ਚ ਤੇਜ਼ਾਬ ਹੈ, ਠੀਕ ਹੈ ਨਾ। ਤੇਜ਼ਾਬ ਉੱਥੇ ਪੇਟ ਦੇ ਅੰਦਰ ਤਾਂ ਬਹੁਤ ਤੇਜ਼ ਤੇਜ਼ਾਬ ਹੁੰਦਾ। ਉਹ ਤੇਜ਼ਾਬ ਵਾਲਾ ਖਾਣਾ ਸਾਡੇ ਫੂਡ ਪਾਈਪ ਦੀ ਥੱਲੜੇ ਹਿੱਸੇ ਨੂੰ ਜਲ ਦੇਗਾ। ਉਹ ਤੁਹਾਨੂੰ ਕੀ ਹੋਏਗੀ? ਜਲਣ ਹੋਏਗੀ, ਦਰਦ ਹੋਏਗੀ। ਤਾਂ ਇਸ ਕਰਕੇ ਕਹਿੰਦੇ ਸੀਗੇ ਬਜ਼ੁਰਗ ਕਿ ਵੀ ਖਾਣਾ ਖਾ ਕੇ ਫੌਰੀ ਲੇਟੋ ਨਾ। ਅੱਜ ਕੱਲ੍ਹ ਵੀ ਮਾਡਰਨ ਸਾਇੰਸ ਵੀ ਕਹਿੰਦੀ ਹੈ ਕਿ 2 ਘੰਟੇ ਖਾਣਾ ਖਾਣ ਤੋਂ 2 ਘੰਟੇ ਬਾਅਦ ਸੋਵੋ, 2 ਘੰਟੇ ਬਾਅਦ ਸੋਵੋ, ਪਹਿਲਾਂ ਫੌਰੀ ਨਾ ਸੋਵੋ। ਜੇ ਕੋਈ ਮਜਬੂਰੀ ਹੋਵੇ ਤਾਂ ਫਿਰ ਖੱਬੇ ਪਾਸੇ ਸੋਵੋ, ਕਿਉਂਕਿ ਖੱਬੇ ਪਾਸੇ ਜਦੋਂ ਸੌਂਦੇ ਸੀ ਅਸੀਂ ਤਾਂ ਫਿਰ ਕਿਉਂਕਿ ਉਹ ਜਿਹੜੀ ਪੇਟ ਦੀ ਸ਼ਕਲ ਇੱਦਾਂ ਦੀ ਹੈ ਕਿ ਫਿਰ ਉਹ ਖਾਣਾ ਖੱਬੇ ਪਾਸੇ ਥੱਲੇ ਚਲਾ ਜਾਂਦਾ, ਉਹ ਫੂਡ ਪਾਈਪ ਨੂੰ ਟੱਚ ਨਹੀਂ ਕਰਦਾ। ਫੂਡ ਪਾਈਪ ਉੱਪਰ ਰਹਿ ਜਾਂਦੀ ਹੈ, ਫੂਡ ਪਾਈਪ ਜਿਹੜਾ ਥੱਲਾ ਸਿਰਾ ਹੈ ਉਹ ਥੋੜ੍ਹਾ ਉੱਪਰ ਰਹਿ ਜਾਂਦਾ ਅਤੇ ਉਹ ਥੱਲੇ ਚਲਾ ਜਾਂਦਾ। ਅਤੇ ਜੇ ਆਪਾਂ ਸਿੱਧੇ ਲੇਟਾਂਗੇ ਜਾਂ ਸੱਜੇ ਪਾਸੇ ਲੇਟਾਂਗੇ ਤਾਂ ਉਹ ਫੂਡ ਪਾਈਪ ਥੱਲੇ ਆ ਜਾਂਦੀ ਹੈ ਅਤੇ ਖਾਣਾ ਉੱਪਰ ਆ ਜਾਂਦਾ। ਤਾਂ ਉਹ ਜਿਹੜੀ ਪੋਜੀਸ਼ਨ ਪੇਟ ਦੀ ਇੱਦਾਂ ਦੀ ਹੈ ਕਿ ਜੇ ਕੋਈ ਮਜਬੂਰੀ ਹੋਵੇ ਵੀ ਲੇਟਣ ਦੀ ਤਾਂ ਜਾਂ ਤਾਂ ਉੱਚਾ ਸਿਰਹਾਣਾ ਲੈ ਕੇ ਸੋਵੋ ਤਾਂ ਕਿ ਉਹ ਤੁਹਾਡੀ ਪੋਜੀਸ਼ਨ ਜਿਹੜੀ ਹੈ ਬਿਲਕੁਲ ਫਲੈਟ ਨਾ ਹੋਵੇ, ਟੇਢੀ ਜਿਹੀ ਹੋ ਜਾਵੇ, ਤੁਸੀਂ ਟੇਢੇ ਜਿਹੇ ਹੋ ਜਾਓ, ਸਿੱਧੇ ਲੇਟੋ ਨਾ।
ਤੇ ਜਾਂ ਫਿਰ ਖੱਬੇ ਪਾਸੇ ਲੇਟ ਜਾਓ। ਤੇ ਖਾਣਾ ਖਾ ਕੇ ਨਹਾਉਣਾ ਵੀ ਨਹੀਂ ਚਾਹੀਦਾ ਜੀ? ਹਾਂ, ਨਹਾਉਣ ਦਾ ਤਾਂ ਲੌਜਿਕ ਡਿਫਰੈਂਟ ਹੈ। ਨਹਾਉਣ ਦਾ ਇਹ ਕਹਿੰਦੇ ਸੀਗੇ ਵੀ ਨਹਾਉਣਾ, ਜਦੋਂ ਨਹਾਉਂਦੇ ਹਾਂ ਅਸੀਂ ਤਾਂ ਜਿਹੜੀ ਸਰੀਰ ਦਾ ਤਾਪਮਾਨ ਉਹਦਾ, ਨਾ ਕੱਪੜੇ ਲਾਉਣੇ ਅਸੀਂ, ਨੰਗੇ ਹੋਣਾ, ਪਾਣੀ ਨਾਲ ਨਹਾਉਣਾ, ਠੰਡੇ ਪਾਣੀ ਨਾਲ ਨਹਾਉਣਾ, ਤਾਂ ਤਾਪਮਾਨ ਦਾ ਘਟ ਜਾਂਦਾ ਤਾਂ ਸਰੀਰ ਦਾ ਜਿਹੜਾ ਧਿਆਨ ਹੈ ਉਹ ਤਾਪਮਾਨ ਵੱਲ ਨੂੰ ਹੋ ਜਾਂਦਾ ਉਹਨੂੰ ਰੈਗੂਲੇਟ ਕਰਨ 'ਚ। ਜਦੋਂ ਕਿ ਸਰੀਰ ਦਾ, ਸਾਨੂੰ ਖਾਣਾ ਖਾਣ ਤੋਂ ਬਾਅਦ ਸਾਡਾ ਸਰੀਰ ਦਾ ਧਿਆਨ ਚਾਹੀਦਾ ਖਾਣਾ ਹਜ਼ਮ ਕਰਨ ਵੱਲ। ਤਾਂ ਇਹ ਦੋ ਚੀਜ਼ਾਂ। ਅੱਛਾ, ਫਿਰ ਉਹਨੂੰ ਪੇਟ ਨੂੰ ਮਲਣਾ ਪੈਂਦਾ। ਤੁਸੀਂ ਮਲੋਗੇ ਪੇਟ ਨੂੰ ਤਾਂ ਪੇਟ ਤਾਂ ਫੁੱਲ ਹੈ ਖਾਣਾ ਖਾਧਾ ਹੋਇਆ, ਤਾਂ ਉਹਦੇ ਨਾਲ ਵੀ ਥੋੜ੍ਹੀ ਜਿਹੀ ਗੜਬੜ ਹੋਏਗੀ। ਤਾਂ ਉਹਦੇ 'ਚ ਜਿਹੜੇ ਬਜ਼ੁਰਗ ਕਹਿੰਦੇ ਸੀ ਵੀ ਪਹਿਲਾਂ ਨਹਾਓ ਬਾਅਦ 'ਚ ਖਾਣਾ ਖਾਓ। ਦੂਜੀ ਗੱਲ, ਖਾਣਾ ਨਹਾ ਕੇ ਵੈਸੇ ਵੀ ਭੁੱਖ ਜਿਹੜੀ ਹੈ ਉਹ ਚਮਕ ਜਾਂਦੀ ਹੈ। ਤਾਂ ਕਈ ਗੱਲਾਂ ਸੀ ਇਹਦੇ 'ਚ। ਭੁੱਖ ਦਾ ਵੀ ਚਮਕਦਾ ਸੀਗਾ। ਬਾਕੀ ਨਹਾ ਕੇ ਨਹਾਉਣ ਲੱਗਿਆ ਪੇਟ ਨੂੰ ਮਲਣਾ ਪੈਂਦਾ, ਪੁੱਠ ਸਿੱਧੇ ਹੋਣਾ ਪੈਂਦਾ ਹੈ। ਫਿਰ ਟੈਂਪਰੇਚਰ ਘੱਟ ਜਾਂਦਾ ਹੈ ਬੋਡੀ ਦਾ, ਉਹਦੇ ਨਾਲ ਵੀ ਜਿਹੜਾ ਸਰੀਰ ਦਾ ਧਿਆਨ ਜਿਹੜਾ ਉਹ ਟੈਂਪਰੇਚਰ ਵੱਲ ਜ਼ਿਆਦਾ ਹੋ ਜਾਂਦਾ। ਤਾਂ ਉਹਦੇ ਨਾਲ ਕੀ ਖਾਣਾ ਹਜ਼ਮ ਕਰਨ 'ਚ ਦਿੱਕਤ ਆਏਗੀ, ਜਿਹਨੂੰ ਕੋਈ ਜਟਰਲ ਊਰਜਾ ਕਹਿੰਦੇ ਸੀ ਕਿ ਜਿਹੜੀ ਤੁਹਾਡੀ ਅਗਨੀ ਹੈ ਪੇਟ ਦੀ, ਉਹ ਫਿਰ ਉਹਦੇ ਨਾਲ ਥੋੜ੍ਹੀ ਮੱਧਮ ਪੈ ਜਾਂਦੀ ਹੈ ਅਤੇ ਖਾਣਾ ਹਜ਼ਮ ਕਰਨ 'ਚ ਦਿੱਕਤ ਆਏਗੀ। ਇੱਕ ਡਾਕਟਰ ਸਾਹਿਬ ਜਿਹੜਾ ਅਕਸਰ ਦੇਖਣ 'ਚ ਆਉਂਦਾ ਹੈ ਕਿ ਡਾਕਟਰਸ ਇਹ ਕਹਿੰਦੇ ਨੇ ਕਿ ਮੂੰਹ ਦੀ ਲਾਰ ਜਿਹੜੀ ਹੈ ਉਹ ਬਹੁਤ ਫਾਇਦੇਮੰਦ ਹੁੰਦੀ ਹੈ, ਅਤੇ ਜੇ ਰਾਤ ਨੂੰ ਸਵੇਰੇ ਉੱਠ ਕੇ ਆਪਾਂ ਜਿਹੜੀ ਹੈ ਉਹ ਲਾਰ ਜਿਹੜੀ ਜੇ ਆਪਾਂ ਉਹਨੂੰ ਯੂਜ਼ ਕਰੀਏ ਸਰੀਰ ਵਾਸਤੇ ਤਾਂ ਉਹ ਤਾਂ ਉਸ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਪਰ ਜਿਹੜੇ ਆਮ ਅੱਜ ਕੱਲ੍ਹ ਜਿਹੜਾ ਧਾਰਨਾ ਬਣੀ ਹੋਈ ਹੈ ਕਿ ਸਵੇਰੇ ਉੱਠ ਕੇ ਜਿਹੜਾ ਬਰਸ਼ ਕੀਤੇ ਬਣਾ ਜਿਹੜਾ ਉਹ ਖਾਣਾ ਜਾਂ ਉਹ ਕੋਈ ਚੀਜ਼ ਨਹੀਂ ਖਾਣੀ ਚਾਹੀਦੀ, ਪਹਿਲਾਂ ਬਰਸ਼ ਤਾਂ ਕਰ ਲਿਆ। ਆਪਾਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਉੱਠਿਆ ਹੋਇਆ ਕੋਈ ਆਪਣੇ ਜਿਹੜੇ ਕੋਈ ਵੀ ਆਪਣੇ ਘਰ ਆਇਆ ਕਹਿੰਦਾ ਉਦੋਂ ਤੱਕ ਤੁਹਾਨੂੰ ਕੁਛ ਨਹੀਂ ਦੇਣਾ ਜਦ ਤੱਕ ਤੁਸੀਂ ਬਰਸ਼ ਨਹੀਂ ਕਰਦੇ, ਅਤੇ ਮੂੰਹ ਦੀ ਲਾਰ ਜਿਹੜੀ ਆ ਉਹ ਸਾਰੀ ਦੀ ਸਾਰੀ ਜਿਹੜੀ ਆ ਉਹ ਬਰਸ਼ ਦੇ ਰਸਤੇ ਬਾਹਰ ਨਿਕਲ ਜਾਂਦੀ ਹੈ। ਕੀ ਇਹਦਾ ਨੁਕਸਾਨ ਹੋ ਰਿਹਾ ਇਸ ਚੀਜ਼ ਦਾ? ਨਹੀਂ, ਲਾਰ ਵਾਲੀ ਗੱਲ ਵੀ ਸਾਡੇ ਸਿਹਤ ਸੱਭਿਆਚਾਰ 'ਚ ਦਾ ਹਿੱਸਾ ਹੀ ਹੈ। ਸਾਡੇ ਆਯੁਰਵੇਦ ਦਾ ਪਾਰਟ ਹੈ ਕਿ ਮੂੰਹ ਦੀ ਲਾਰ ਜਿਹੜੀ ਹੈ ਬਹੁਤ ਹੀ ਉੱਤਮ ਰਸ ਹੁੰਦੀ ਹੈ। ਲੇਕਿਨ ਜਿਹੜੀ ਤੁਸੀਂ ਬਰਸ਼ ਵਾਲੀ ਗੱਲ ਕਰਦੇ ਹੋ, ਬਰਸ਼ ਅੱਜ ਕੱਲ੍ਹ ਜੇ ਮਾਡਰਨ ਪਹਿਲੀ ਗੱਲ ਤਾਂ ਬਰਸ਼ ਉਦੋਂ ਹੈ ਨਹੀਂ ਸੀਗਾ। ਸਾਡੇ ਤਾਂ ਬਰਸ਼ ਬਾਅਦ 'ਚ ਦਾਤਨ ਕਰਦੇ ਸੀ, ਬਰਸ਼ ਆਇਆ ਹੀ ਬਾਅਦ 'ਚ ਹੈ। ਤਾਂ ਬਰਸ਼ ਜਿਹੜੀ ਐਕਚੁਅਲੀ ਜਿਹੜੀ ਅੱਜ ਵੀ ਸਾਇੰਸ ਕਹਿੰਦੀ ਹੈ, ਬਰਸ਼ ਫੌਰੀ ਸਵੇਰੇ ਉੱਠਣ ਤੋਂ ਕਰਨ ਦੀ ਲੋੜ ਨਹੀਂ ਹੁੰਦੀ। ਬਰਸ਼ ਬ੍ਰੇਕਫਾਸਟ ਤੋਂ ਬਾਅਦ ਕਰਨਾ ਚਾਹੀਦਾ, ਨਾਸ਼ਤਾ ਕਰਕੇ, ਤਾਂ ਕਿ ਜਿਹੜੇ ਫੂਡ ਪਾਰਟੀਕਲ ਦੰਦਾਂ 'ਚ ਫਸ ਗਏ ਹੈ ਉਹ ਨਿਕਲ ਜਾਣ, ਅਤੇ ਰਾਤ ਨੂੰ ਖਾਣੇ ਤੋਂ ਬਾਅਦ। ਸੋ ਸਵੇਰੇ ਉੱਠ ਕੇ ਬਰਸ਼ ਕਰਨਾ ਜਿਹੜਾ ਹੈ ਕੋਈ ਵਿਗਿਆਨਕ ਤੇਰੀ ਗੱਲ ਨਹੀਂ ਹੈ। ਜੇ ਬਰਸ਼ ਕਰਨਾ ਹੀ ਹੈ ਤੁਸੀਂ 2 ਟਾਈਮ ਕਰਨਾ ਹੈ ਤਾਂ ਰਾਤ ਨੂੰ ਖਾਣੇ ਤੋਂ ਬਾਅਦ ਅੱਧਾ ਘੰਟਾ ਬਾਅਦ ਕਰੋ। ਫੌਰੀ ਨਹੀਂ ਕਰਨਾ ਕਿਉਂਕਿ ਤੁਹਾਡੇ ਦੰਦਾਂ 'ਚ ਉਹ ਗਰਮ ਹੁੰਦਾ। ਬਰਸ਼ ਤੁਸੀਂ ਠੰਡੇ ਪਾਣੀ ਨਾਲ ਕਰਦੇ ਹੋ ਜਾਂ ਤੁਹਾਡੇ ਦੰਦਾਂ 'ਚ ਮਿਰਚਾਂ ਲੱਗਣ ਕਰਕੇ ਉਹ ਥੋੜ੍ਹੀ ਜਿਹੀ ਜਲਨ ਹੋ ਰਹੀ ਹੁੰਦੀ ਹੈ, ਤਾਂ ਵੀ ਉਹ ਜਿਹੜੇ ਉਸ ਵੇਲੇ ਜਿਹੜਾ ਲਾਰ ਕਰਕੇ ਜਾਂ ਹੋਰ ਗੱਲਾਂ ਕਰਕੇ ਮਸੂੜੇ ਨਰਮ ਹੁੰਦੇ ਆ ਤਾਂ ਮਸੂੜੇ ਛਿੱਲੇ ਜਾਂਦੇ ਆ ਉਹਦੇ ਨਾਲ। ਤਾਂ ਖਾਣਾ ਖਾਣ ਤੋਂ ਹਮੇਸ਼ਾ ਅੱਧਾ ਘੰਟੇ ਜਾਂ 15-20 ਮਿੰਟ ਬਾਅਦ ਬਰਸ਼ ਕਰਨਾ ਚਾਹੀਦਾ, ਸਵੇਰੇ ਨਾਸ਼ਤੇ ਤੋਂ ਬਾਅਦ ਅਤੇ ਰਾਤ ਨੂੰ ਸੌਣ ਜਿਹੜੇ ਡਿਨਰ ਤੋਂ ਬਾਅਦ। ਜਿਹੜੇ ਮੌਜੂਦਾ ਸਮੇਂ ਜਿਹੜਾ ਆਧੁਨਿਕ ਯੁੱਗ ਦੇ ਵਿੱਚ ਲੋਕ ਵੀ ਜਿਹੜੇ ਬੜੇ ਤਰੱਕੀ ਕਰਦੇ ਜਾ ਰਹੇ ਨੇ, ਬੈੱਡ ਟੀ ਦਾ ਬੜਾ ਚਲਨ ਹੋ ਗਿਆ ਕਿ ਸਵੇਰੇ ਉੱਠਦੇ ਸਾਰ ਬੈੱਡ ਟੀ ਲਓ ਅਤੇ ਉਸ ਤੋਂ ਬਾਅਦ ਅੱਗੇ ਜਿਹੜਾ ਕੰਮ ਸ਼ੁਰੂ ਹੋ ਗਿਆ। ਲੋਕ ਤਾਂ ਉੱਠਦੇ ਹੀ ਨਹੀਂ, ਅਗਲਾ ਕਹਿੰਦਾ ਪਹਿਲਾਂ ਬੈੱਡ ਟੀ ਦਿਖਾਓ, ਬੈੱਡ ਟੀ ਲਿਆਓ ਸਾਨੂੰ, ਅਤੇ ਫਿਰ ਕੀ ਇਹ ਨੁਕਸਾਨ ਕਰ ਰਹੀ ਹੈ ਆਪਾਂ ਨੂੰ? ਬਿਲਕੁਲ, ਚਾਹ ਦਾ ਜਿਹੜਾ ਜੇ ਬੈੱਡ ਟੀ ਦਾ ਚੱਲਣ ਪਿਆ ਨਾ, ਇਹ ਬਹੁਤ ਹੀ ਗਲਤ ਚੱਲਣ ਹੈ। ਪਹਿਲੀ ਗੱਲ ਤਾਂ ਦੁੱਧ ਵਾਲੀ ਚਾਹ ਤਾਂ ਵੈਸੇ ਹੀ ਪੀਣੀ ਹੀ ਨਹੀਂ ਚਾਹੀਦੀ, ਜਨਰਲੀ ਨਹੀਂ ਪੀਣੀ ਚਾਹੀਦੀ, ਔਰ ਸਵੇਰੇ ਬਿਲਕੁਲ ਨਹੀਂ ਪੀਣੀ ਚਾਹੀਦੀ। ਦੂਜੀ ਗੱਲ, ਚਾਹ ਜਿਹੜੀ ਹੈ ਇਹ ਇੱਦਾਂ ਦਾ ਡਰਿੰਕ ਹੈ ਕਿ ਭੁੱਖ ਮਾਰਦੀ ਹੈ, ਇਸ ਕਰਕੇ ਚਾਹ ਸਵੇਰੇ ਪੀਣ ਦਾ ਕੋਈ ਮਤਲਬ ਨਹੀਂ ਹੈ। ਸਵੇਰੇ ਪੀਣਾ ਚਾਹੀਦਾ ਤਾਂ ਸਾਡਾ ਆਯੁਰਵੇਦ ਕਹਿੰਦਾ ਸੀ ਕਾੜੇ ਪੀਓ। ਸਾਡੇ ਹਰਬਲ ਕੁਛ ਮੈਡੀਸਨਲ ਪਲਾਂਟਸ ਨੇ, ਉਹਦੇ ਕਾੜੇ ਰਿਕਮੈਂਡ ਕੀਤੇ ਜਾਂਦੇ ਆ। ਉਹਦੇ ਚਾਹੇ ਤੁਲਸੀ ਦਾ ਕਾੜਾ ਹੈ, ਕੋਈ ਗਲੋਹ ਦਾ ਕਾੜਾ ਹੈ, ਕੋਈ ਜੀਰੇ ਦਾ ਕਾੜਾ ਹੈ, ਕੋਈ ਅਜਵਾਇਣ ਦਾ ਕਾੜਾ ਹੈ। ਤੋ ਅੱਡ ਕਾੜੇ ਸੀਗੇ, ਅੱਡ ਮਕਸਦ 'ਤੇ ਜਾਂ ਬਦਲ ਕੇ ਬਈ 2 ਦਿਨ ਆਹ ਪੀਓ, 1 ਦਿਨ ਆਹ ਪੀਓ, ਇੱਦਾਂ ਕਰਦੇ ਸੀ। ਤਾਂ ਉਹ ਜਿਹੜਾ ਸਵੇਰੇ ਪੀਣਾ ਤਾਂ ਪਾਣੀ ਪੀਓ, ਸਟਰਕਚਰਡ ਵਾਟਰ ਪੀਣਾ ਚਾਹੀਦਾ ਹੈ, ਜਿਹਨੂੰ ਕਿ ਆਪਾਂ ਉਹਦੀ ਗੱਲ ਅਕਸਰ ਕਰਦੇ ਹੁੰਦੇ, ਪਾਣੀ ਪੀਣਾ ਚਾਹੀਦਾ, ਔਰ ਪਾਣੀ ਤੋਂ ਇਲਾਵਾ ਫਿਰ ਕਾੜਾ ਪੀਣਾ ਚਾਹੀਦਾ ਜਾਂ ਫਿਰ ਗ੍ਰੀਨ ਜੂਸ ਪੀਣਾ ਚਾਹੀਦਾ। ਤਿੰਨ ਜਿਹੜੀਆਂ ਸਵੇਰ ਦੀਆਂ ਡਰਿੰਕਸ ਨੇ ਉਹ ਸਭ ਤੋਂ ਉੱਤਮ ਹੁੰਦੀਆਂ ਨੇ। ਪਾਣੀ ਜਿਹੜਾ ਹੈ ਤੁਹਾਡਾ, ਕਾੜੇ ਅਤੇ ਹਰਾ ਜੂਸ, ਯਾਨੀ ਕਿ ਹਰਾ ਜੂਸ ਮਤਲਬ ਸਬਜ਼ੀਆਂ ਦਾ ਜੂਸ। ਸੋ ਇਹ 3 ਖਾਣੇ। ਜੇ ਟੀ ਪੀਣੀ ਵੀ ਹੈ, ਤੁਸੀਂ ਚਾਹ ਪੀਣੀ ਹੈ ਤਾਂ ਉਹ ਲੇਟ ਪੀਓ, ਥੋੜ੍ਹਾ ਜਿਹਾ ਉੱਠਣ ਸਾਰ ਨਹੀਂ ਪੀਣੀ ਚਾਹੀਦੀ। ਗਲਤ ਹੈ, ਇਹ ਬਹੁਤ ਹੀ ਗਲਤ ਪ੍ਰਚਲਨ ਹੈ ਔਰ ਬਹੁਤ ਨੁਕਸਾਨਦੇਹ ਹੈ। ਕਦੀ ਵੀ ਜਿਹੜਾ ਬੰਦਾ ਬੈੱਡ ਟੀ ਪੀਂਦਾ ਉਹਦਾ ਪੇਟ ਨਹੀਂ ਠੀਕ ਰਹੇਗਾ। ਤਾਂ ਮੋਮੈਂਟ ਤੁਸੀਂ ਬੈੱਡ ਟੀ ਛੱਡ ਦਿਓ ਜਾਂ ਚਾਹ ਛੱਡ ਦਿਓ ਤਾਂ ਤੁਹਾਡਾ ਪੇਟ ਠੀਕ ਹੋਣਾ ਸ਼ੁਰੂ ਹੋ ਜਾਂਦਾ। ਆਪਾਂ ਫੇਰ ਫਰੂਟ 'ਤੇ ਆਉਂਦੇ ਹਾਂ ਕਿ ਫਰੂਟ ਜਿਹੜਾ ਉਹ ਆਪਾਂ ਕਿਸੇ ਦੇ ਘਰ ਵੀ ਜਾਈਏ ਅਤੇ ਖਾਣਾ ਖਾਣ ਤੋਂ ਬਾਅਦ ਉਹ ਫਰੂਟ ਕੱਟ ਕੇ ਤੁਹਾਨੂੰ ਦਿੰਦੇ ਨੇ ਵੀ ਲਓ ਜੀ ਤੁਸੀਂ ਹੁਣ ਫਰੂਟ ਵੀ ਲੈ ਲਓ। ਕਿ ਖਾਣਾ ਖਾਣ ਤੋਂ ਬਾਅਦ ਫਰੂਟ ਲੈਣਾ ਚਾਹੀਦਾ ਜਾਂ ਪਹਿਲਾਂ ਲੈਣਾ ਚਾਹੀਦਾ, ਅਤੇ ਇਹਦੇ ਪਿੱਛੇ ਦੇ ਕਾਰਨ ਕੀ ਨੇ ਜੀ?
ਖਾਣਾ ਖਾਣ ਤੋਂ ਬਾਅਦ ਫਰੂਟ ਲੈਣ ਦਾ ਇੱਕ ਫਾਇਦਾ ਹੋ ਸਕਦਾ ਹੈ ਕਿ ਖਾਣੇ ਦੇ ਜਿਹੜੇ ਫਰੂਟ ਹੁੰਦੇ ਆ, ਫਲ ਹੁੰਦੇ, ਇਹਦੇ ਅੰਦਰ ਡਾਈਜੈਸਟ ਕਰਨ ਦੇ ਐਂਜ਼ਾਈਮ ਹੁੰਦੇ ਆ, ਉਹਨੂੰ ਅਸੀਂ ਐਂਜ਼ਾਈਮਸ ਕਹਿੰਦੇ ਆ। ਉਹਦੇ 'ਚ ਐਂਜ਼ਾਈਮਸ ਜਿਹੜੇ ਹੁੰਦੇ ਨੇ, ਇਹ ਐਂਜ਼ਾਈਮ ਉਹ ਰਸ ਨੇ ਸਬਜ਼ੀਆਂ ਦੇ ਜਾਂ ਫਲਾਂ ਦੇ, ਜਿਹੜੇ ਕਿ ਸਿਰਫ ਉਹਨਾਂ ਚਿਰ ਹੀ ਜਿਉਂਦੇ ਆ ਜਦ ਤੱਕ ਉਹ ਕੱਚੇ ਨੇ। ਤਾਂ ਰਸ ਖਤਮ ਹੋ ਜਾਂਦੇ ਜਦੋਂ ਉਹਨੂੰ ਹੀਟ ਲੱਗਦੀ ਹੈ ਤਾਂ ਉਹ ਖਸਖਸ ਹੈ। ਤਾਂ ਸਲਾਦ ਦੇ ਅੰਦਰ ਵੀ ਰਸ ਹੁੰਦੇ ਨੇ ਇਹ ਐਂਜ਼ਾਈਮ, ਔਰ ਫਲਾਂ ਦੇ ਅੰਦਰ ਵੀ ਹੁੰਦੇ ਆ। ਜੇ ਅਸੀਂ ਸਲਾਦ ਪਹਿਲਾਂ ਖਾ ਲੈਂਦੇ ਖਾਣੇ ਤੋਂ ਅਤੇ ਥੋੜ੍ਹਾ ਜਿਹਾ ਫਲ ਬਾਅਦ 'ਚ ਖਾ ਲੈਂਦੇ ਹਾਂ ਤਾਂ ਉਹ ਉਹਦਾ ਖਾਣੇ ਨੂੰ ਹਜ਼ਮ ਕਰਨ 'ਚ ਹੈਲਪ ਕਰਨਗੇ। ਲੇਕਿਨ ਅੱਜ ਅਸੀਂ ਇਹ ਰਿਕਮੈਂਡ ਨਹੀਂ ਕਰ ਰਹੇ ਬਹੁਤਾ, ਕਿ ਉਹਦਾ ਕਾਰਨ ਕੀ ਹੈ ਕਿ ਫਲਾਂ ਦੇ ਹਜ਼ਮ ਹੋਣ ਦਾ ਤਰੀਕਾ ਅਲੱਗ ਹੈ ਅਤੇ ਦੂਜੇ ਖਾਣੇ ਦੇ ਹਜ਼ਮ ਹੋਣ ਦਾ ਤਰੀਕਾ ਅਲੱਗ ਹੈ। ਸੋ ਕੁਛ ਕੁ ਫਲਾਂ ਨੂੰ ਛੱਡ ਕੇ ਜਾਂ ਬਹੁਤ ਥੋੜ੍ਹੀ ਮਾਤਰਾ 'ਚ ਫਲ ਅਗਰ ਖਾਣੇ ਵੀ ਹੈ ਖਾਣੇ ਤੋਂ ਬਾਅਦ, ਤਾਂ ਜੇ ਬਲਕ ਫਲ ਖਾਣੇ ਆ, ਜਿੰਨੇ ਫਲ ਅਸੀਂ ਹੁਣ ਖਾਣ ਨੂੰ ਕਹਿ ਰਹੇ ਹਾਂ ਅਤੇ ਅੱਜ ਦੇ ਮਨੁੱਖ ਨੂੰ ਲੋੜ ਹੈ, ਕਿਉਂਕਿ ਅੱਜ ਜਿਹੜਾ ਹੈ ਉਹ ਡੀਟੌਕਸੀਫਿਕੇਸ਼ਨ ਦਾ ਜ਼ਮਾਨਾ ਹੈ, ਕਿ ਸਾਡੇ ਆਲੇ ਦੁਆਲੇ ਜ਼ਹਿਰ ਇੰਨੇ ਜ਼ਿਆਦਾ ਨੇ ਕਿ ਸਾਨੂੰ ਫਲ ਬਹੁਤ ਜ਼ਿਆਦਾ ਮਾਤਰਾ 'ਚ ਖਾਣੇ ਚਾਹੀਦੇ ਆ ਅਤੇ ਖਾਣੇ ਪੈ ਰਹੇ ਆ, ਨਹੀਂ ਤਾਂ ਅਸੀਂ ਨਾਲ ਦੀ ਨਾਲ ਸਾਡੇ ਅੰਦਰ ਜ਼ਹਿਰ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ। ਤਾਂ ਜਿੰਨੇ ਫਲ ਅਸੀਂ ਹੁਣ ਕਹਿ ਰਹੇ ਹਾਂ, ਅਸੀਂ ਫਲ ਖਾਲੀ ਪੇਟ ਖਾਣ ਨੂੰ ਕਹਿ ਰਹੇ ਹਾਂ, ਅੱਡ ਟਾਈਮ 'ਤੇ ਬਿਲਕੁਲ ਹੀ। ਸਵੇਰੇ ਤੜਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਵੇਰੇ ਫਲ ਖਾ ਲਓ ਤੁਸੀਂ, ਤਾਂ ਕਿ ਤੁਹਾਡੀ ਬਾਡੀ ਦੇ ਅੰਦਰ ਉਹ ਡੀਟੌਕਸੀਫਿਕੇਸ਼ਨ ਕਰਨ। ਜੇ ਫਲ ਖਾਣੇ ਵੀ ਖਾਣੇ ਤੋਂ ਬਾਅਦ, ਤਾਂ ਕੁਛ ਫਲ ਨੇ ਜਿਵੇਂ ਅੰਬ ਹੈ ਜਾਂ ਕੋਈ ਵੀ ਜੂਸੀ ਫਲ ਹੈ, ਤਾਂ ਥੋੜ੍ਹਾ ਜਿਹਾ ਖਾਣੇ ਤੋਂ ਬਾਅਦ ਖਾ ਲਓ। ਬਹੁਤ ਜ਼ਿਆਦਾ ਬਲਕ ਜਿਹੜੀ ਹੈ ਫਲਾਂ ਦੀ, ਉਹ ਖਾਣੇ ਤੋਂ ਪਹਿਲਾਂ ਹੀ ਖਾਣੀ ਚਾਹੀਦੀ ਹੈ। ਇੱਕ ਡਾਕਟਰ ਸਾਹਿਬ, ਜੇ ਬੁਖਾਰ ਚੜ੍ਹਿਆ ਹੋਵੇ ਤਾਂ ਕਹਿੰਦੇ ਨੇ ਵੀ ਰੋਟੀ ਉਹਦੀ ਬੰਦ ਕਰ ਦਿੱਤੀ ਜਾਂਦੀ ਹੈ, ਅਤੇ ਯੂਪੀ ਬਿਹਾਰ ਦੇ ਵਿੱਚ ਤਾਂ ਜਿਹੜਾ ਬੁਖਾਰ ਤੋਂ ਬੱਚਿਆਂ ਨੂੰ ਜੇ ਬੁਖਾਰ ਚੜ੍ਹਿਆ ਹੋਵੇ ਤਾਂ ਉਹ ਚਾਹ ਪੱਤੀ ਖਾਣ ਨੂੰ ਦਿੰਦੇ ਨੇ। ਇਹ ਧਾਰਨਾਵਾਂ ਕਿਸ ਤਰ੍ਹਾਂ ਦੇ, ਕਿੰਨੀਆਂ ਕੁ ਸੱਚਾਈ ਨੇ ਇਹਦੇ ਵਿੱਚ? ਉਹਦੇ 'ਚ ਇੱਦਾਂ ਹੈ ਵੀ ਜਿਹੜੀ ਹੈਗੀ ਨਾ, ਇੱਕ ਮਸਲਾ ਜਿਹੜਾ ਪਹਿਲਾ ਮਸਲਾ ਤੁਸੀਂ ਉਠਾਇਆ ਸੀਗਾ ਵੀ ਜਿਹੜੀ ਰੋਟੀ ਖਾਣੀ ਬੰਦ ਕਿਉਂ ਕਰਦੇ ਆਪਾਂ। ਰੋਟੀ ਖਾਣੀ ਬੰਦ ਕਰਨੀ ਬਹੁਤ ਹੀ ਸਾਇੰਟੀਫਿਕ ਗੱਲ ਹੈ। ਕਿਉਂਕਿ ਜਦੋਂ ਅਸੀਂ ਨੂੰ ਬੁਖਾਰ ਚੜ੍ਹਿਆ, ਤਾਂ ਬੁਖਾਰ ਉਹ ਅਵਸਥਾ ਹੈ ਸਰੀਰ ਦੀ ਜਿੱਥੇ ਸਰੀਰ ਬਿਮਾਰੀ ਨਾਲ ਪੂਰੀ ਵਾਰ 'ਤੇ ਹੁੰਦੀ ਹੈ, ਕਿ ਸਰੀਰ ਨੇ ਤੁਹਾਡੀ ਬਿਮਾਰੀ ਦੇ ਉੱਪਰ ਇੱਕ ਜੰਗ ਡਿਕਲੇਅਰ ਕੀਤੀ ਹੋਈ ਹੈ, ਅਤੇ ਸਰੀਰ ਦਾ ਇਕੱਲਾ ਕਣ ਜਿਹੜਾ ਹੈ ਉਹ ਬਿਮਾਰੀ ਨਾਲ ਲੜ ਰਿਹਾ ਤੁਹਾਨੂੰ ਬਚਾਉਣ ਵਾਸਤੇ, ਤਾਂ ਕਿ ਤੁਹਾਨੂੰ ਕੋਈ ਨੁਕਸਾਨ ਨਾ ਕਰ ਸਕੇ ਬਿਮਾਰੀ। ਤਾਂ ਉਸ ਵੇਲੇ ਸਰੀਰ ਦਾ ਸਾਰਾ ਧਿਆਨ ਜਿਹੜਾ ਹੁੰਦਾ ਹੈ ਉਹ ਉਸ ਗੱਲ ਵੱਲ ਹੁੰਦਾ ਹੈ। ਅਤੇ ਖਾਣਾ ਹਜ਼ਮ ਕਰਨਾ ਜਿਹੜਾ ਕੰਮ ਹੁੰਦਾ ਬਹੁਤ ਹੀ ਆਪਣੇ ਆਪ ਵੱਡਾ ਮਸਲਾ ਹੁੰਦਾ ਸਰੀਰ ਲਈ। ਜਦੋਂ ਸਰੀਰ ਨੇ ਖਾਣਾ ਹਜ਼ਮ ਕਰਨਾ ਹੁੰਦਾ ਤਾਂ 4 ਘੰਟੇ ਲਈ ਸਰੀਰ 3 ਘੰਟੇ ਲਈ ਉਹ ਸਾਰਾ ਧਿਆਨ ਉੱਧਰ ਲਾਉਣਾ ਪੈਂਦਾ, ਉਹਨੂੰ ਸਾਰਾ ਖੂਨ ਉੱਧਰ ਚਲਾ ਜਾਂਦਾ। ਤਾਂ ਇਸ ਕਰਕੇ ਭੁੱਖ ਜਿਹੜਾ ਕੁਦਰਤ ਭੁੱਖ ਆਪੇ ਮਾਰ ਦਿੰਦੀ ਹੈ। ਤੁਸੀਂ ਦੇਖਿਆ ਹੋਣਾ ਕਿ ਬੁਖਾਰ ਦੇ ਵਿੱਚ ਜਿਹੜੀ ਭੁੱਖ ਹੈ ਉਹ ਖਤਮ ਹੋ ਜਾਂਦੀ ਹੈ। ਤਾਂ ਇਹ ਕੁਦਰਤ ਬਹੁਤ ਸਿਆਣੀ ਹੈ ਸਾਥੋਂ, ਅਤੇ ਕੁਦਰਤ ਭੁੱਖ ਇਸੇ ਕਰਕੇ ਮਾਰਦੀ ਹੈ ਕਿ ਅਸੀਂ ਜਿਹੜਾ ਸਾਡਾ ਧਿਆਨ ਜਿਹੜਾ ਉੱਧਰ ਲੱਗੇ ਬਿਮਾਰੀ ਨੂੰ ਬਚਾਉਣ ਵੱਲ, ਅਤੇ ਖਾਣੇ ਵੱਲ ਧਿਆਨ ਨਾ ਦਈਏ। ਲੇਕਿਨ ਅਸੀਂ ਐਸਾ ਕੁਛ ਬਣਾ ਰੱਖਿਆ ਆਪਣੇ ਮਨ 'ਚ ਧਾਰਨਾਵਾਂ ਕਿ ਕਿਤੇ ਕਮਜ਼ੋਰੀ ਨਾ ਹੋ ਜਾਏ, ਇਹ ਨਾ ਹੋ ਜਾਏ, ਉਹ ਨਾ ਹੋ ਜਾਏ, ਤਾਂ ਅਸੀਂ ਤਾਂ ਜ਼ਬਰਦਸਤੀ ਖਾਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਬੱਚਿਆਂ ਨੂੰ ਖਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਬੜੀ ਗਲਤ ਧਾਰਨਾ ਹੈ, ਬਿਲਕੁਲ ਨਹੀਂ ਦੇਣਾ ਚਾਹੀਦਾ। ਔਰ ਸਿਰਫ ਲਿਕੁਇਡ ਡਾਈਟ ਅਸੀਂ ਅੱਜ ਰਿਕਮੈਂਡ ਕਰ ਰਹੇ ਹਾਂ ਕਿ ਜਿੰਨੇ ਮਰਜ਼ੀ ਤੁਹਾਨੂੰ ਸੀਰੀਅਸ ਕੋਈ ਇਨਫੈਕਸ਼ਨ ਹੋਵੇ, ਜਦੋਂ ਤੁਹਾਨੂੰ ਬੁਖਾਰ ਹੋ ਰਿਹਾ ਤਾਂ ਤੁਸੀਂ ਲਿਕੁਇਡ ਡਾਈਟ 'ਤੇ ਆ ਜਾਓ। ਇੱਕ ਦਿਨ ਐਕਸਕਲੂਸਿਵ ਲਿਕੁਇਡ ਡਾਈਟ 'ਤੇ ਆ ਜਾਓ, ਦੂਜੇ ਦਿਨ ਪੌਣਾ ਕੁ ਦਿਨ ਲਿਕੁਇਡ ਡਾਈਟ 'ਤੇ ਆ ਜਾਓ, ਤੀਜੇ ਦਿਨ ਅੱਧਾ ਕੁ ਦਿਨ ਲਿਕੁਇਡ ਡਾਈਟ 'ਤੇ ਆ ਜਾਓ, ਤਾਂ ਬਾਕੀ ਫਲ ਸਬਜ਼ੀਆਂ ਖਾ ਲਓ। ਤਾਂ 3 ਦਿਨ ਦੇ ਵਿੱਚ ਜਿਹੜਾ ਹੈ ਉਹ ਸਰੀਰ ਪੂਰੀ ਦੇ ਪੂਰਾ ਬਿਮਾਰੀ ਦੇ ਉੱਪਰ ਭਾਰੂ ਹੋ ਜਾਂਦਾ, ਜਿਹੜੀ ਸਰੀਰ ਦੀ ਲੜਨ ਸ਼ਕਤੀ ਹੈ। ਤਾਂ ਇਸ ਕਰਕੇ ਜਿਹੜਾ ਇਹ ਮਸਲਾ ਹੈ, ਇਹ ਕਿਤੇ ਨਾ ਕਿਤੇ ਆਪਾਂ ਲਿਕੁਇਡ ਡਾਈਟ ਵੱਲ ਜਾ ਜਾਂਦੇ ਹਾਂ, ਦੂਜਾ ਨਹੀਂ ਖਾਣਾ ਚਾਹੀਦਾ। ਜਿਹੜੀ ਚਾਹ ਪੱਤੀ ਹੈ, ਚਾਹ ਪੱਤੀ ਬੜਾ ਕਮਾਲ ਦਾ ਗੁਣ ਹੈ ਕਿ ਚਾਹ ਪੱਤੀ ਜਦੋਂ ਤੁਸੀਂ ਪੀਂਦੇ ਆ, ਜਿਹੜੀ ਚਾਹ ਹੈ ਮਾਰੂ ਚਾਹ, ਤਾਂ ਮਾਰੂ ਚਾਹ ਜਿਹੜੀ ਹੁੰਦੀ ਹੈ ਇਹ ਪੇਟ ਨੂੰ ਥੋੜ੍ਹਾ ਜਿਹਾ ਸ਼ਾਂਤ ਕਰਦੀ ਹੈ। ਮਾਰੂ ਚਾਹ ਜਿਹੜੀ ਹੈ, ਦੁੱਧ ਵਾਲੀ ਨਹੀਂ, ਮਾਰੂ ਸ਼ਾਂਤ, ਯਾਨੀ ਕਿ ਉਹਦੇ ਅੰਦਰ ਜਿਹੜਾ ਨੋਜ਼ੀਆ ਟਾਈਪ ਫੀਲਿੰਗ ਹੈ, ਜੀ ਕੱਚਾ ਹੁੰਦਾ ਹੈ ਜਾਂ ਟੱਟੀਆਂ ਲੱਗੀਆਂ ਨੇ, ਉਹਦੀ ਇੱਕ ਹੋਮ ਰੈਮਡੀ ਹੈ ਚਾਹ ਜਿਹੜੀ ਹੈ। ਯੂਜ਼ ਕੀਤੀ ਹੋਈ ਚਾਹ, ਹਾਂ, ਯੂਜ਼ ਕੀਤੀ ਹੋਈ ਚਾਹ ਵੀ ਹੋ ਸਕਦਾ ਹੋਮ ਰੈਮਡੀ ਦਾ ਕੰਮ ਕਰਦੀ ਹੋਵੇ, ਇਹ ਵੀ ਬਿਲਕੁਲ ਸੰਭਵ ਹੈ। ਤਾਂ ਉਹ ਚਾਹ ਪੱਤੀ, ਕਿਉਂਕਿ ਪੁਰਾਣੇ ਜ਼ਮਾਨੇ 'ਚ ਦਵਾਈਆਂ ਨਹੀਂ ਸੀ ਹੁੰਦੀਆਂ, ਤਾਂ ਮੈਂ ਵੀ ਬਚਪਨ 'ਚ ਜਿਹੜੀ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਮੈਨੂੰ ਕਿਤੇ ਫੂਡ ਪਾਇਜ਼ਨਿੰਗ ਹੋ ਜਾਂਦੀ ਸੀ, ਟੱਟੀਆਂ ਲੱਗ ਜਾਂਦੀਆਂ ਸੀਗੀਆਂ, ਤਾਂ ਮਾਂ ਸਾਡੀ ਜਿਹੜੀ ਹੈ ਆਹ ਦਿੰਦੀ ਸੀ ਜੀ ਮਾਰੂ ਚਾਹ ਬਣਾ ਕੇ ਸਰਾਣੇ ਰੱਖਦੀ ਸੀ ਵੀ ਘੁੱਟ ਜਦੋਂ ਪਾਣੀ ਪੀਣ ਨੂੰ ਜੀ ਕੀਤਾ ਤਾਂ ਇਹ ਮਾਰੂ ਚਾਹ ਪੀ ਲਈ। ਤਾਂ ਉਹਦੇ ਨਾਲ ਕੀ ਹੁੰਦਾ ਸੀਗਾ ਕਿ ਸਰੀਰ ਜਿਹੜਾ ਸੀਗਾ, ਅੰਤੜੀਆਂ ਜਿਹੜੀਆਂ ਸੀਗਾ, ਉਹ ਥੋੜ੍ਹਾ ਜਿਹਾ ਸਰੀਰ ਬੁਖਾਰ ਵੀ ਉਤਰ ਜਾਂਦਾ ਸੀਗਾ ਚਾਹ ਨਾਲ, ਅਤੇ ਥੋੜ੍ਹਾ ਜਿਹਾ ਰਿਲੀਫ ਫੀਲ ਕਰਦਾ ਸੀਗਾ, ਕਿਉਂਕਿ ਉਹਦੇ ਅੰਦਰ ਨਸ਼ਾ ਹੁੰਦਾ ਨਾ,
ਥੋੜ੍ਹਾ ਜਿਹੜਾ ਤੁਹਾਨੂੰ ਆਰਾਮ ਜਿਹਾ ਦਿੰਦਾ। ਇਹਨੂੰ ਬਲੈਕ ਟੀ ਕਹਿੰਦੇ ਜਿਹਨੂੰ? ਬਲੈਕ ਟੀ ਹਾਂ, ਉਹ ਆਰਾਮ ਜਿਹਾ ਦਿੰਦਾ, ਆਰਾਮ ਜਿਹਾ। ਅਤੇ ਉਸ ਵੇਲੇ ਦਵਾਈਆਂ ਨਹੀਂ ਸੀ ਹੁੰਦੀਆਂ, ਉਸ ਵੇਲੇ ਇਹੋ ਜਿਹੇ ਹੁੰਦੇ ਸੀ, ਕਾੜੇ ਹੁੰਦੇ ਸੀ ਜਾਂ ਬਲੈਕ ਟੀ ਹੁੰਦੀ ਸੀ। ਤਾਂ ਇਸ ਕਰਕੇ ਇਹਦੇ ਅੰਦਰ ਵੀ ਕੋਈ ਨਾ ਕਿਤੇ ਸਿਆਣਪ ਜ਼ਰੂਰ ਹੋਏਗੀ। ਅਤੇ ਇੱਕ ਜਿਹੜੀ ਹੈ ਰਾਤ ਵੇਲੇ ਲੱਸੀ ਅਤੇ ਦਹੀਂ ਖਾਣ ਤੋਂ ਜਿਹੜਾ ਅਕਸਰ ਸਾਡੇ ਬਜ਼ੁਰਗ ਰੋਕਦੇ ਨੇ, ਉਹਦੇ ਪਿੱਛੇ ਦੀ ਕੀ ਸੱਚਾਈ ਹੈ ਜੀ? ਹਾਂ, ਉਹਦੇ 'ਚ ਇੱਦਾਂ ਕਹਿੰਦੇ ਵੀ ਜਿਹੜੇ ਇਹ ਖਾਣੇ ਹੁੰਦੇ ਆ, ਇਹ ਥੋੜ੍ਹੇ ਜਿਹੇ ਉਸ ਵੇਲੇ ਖਾਣੇ ਚਾਹੀਦੇ ਆ ਜਦੋਂ ਸਾਡੀ ਜੈਟ ਐਨਰਜੀ ਜਿਹੜੀ ਹੈ, ਸਾਡੀ ਊਰਜਾ ਹਾਈ ਹੋਵੇ। ਤਾਂ ਰਾਤ ਦਾ ਉਹ ਸਮਾਂ ਹੁੰਦਾ ਕਿ ਊਰਜਾ ਲੋ ਜਾ ਰਹੀ ਹੁੰਦੀ ਹੈ, ਸਵੇਰ ਵੇਲੇ ਊਰਜਾ ਹਾਈ ਹੁੰਦੀ ਹੈ, ਸਭ ਤੋਂ ਪੀਕ 'ਤੇ ਹੁੰਦੀ ਹੈ ਦੁਪਹਿਰ ਵੇਲੇ। ਤਾਂ ਹੀ ਸਾਡੇ ਬਜ਼ੁਰਗ ਕਹਿੰਦੇ ਆ ਕਿ ਜਿਹੜੀ ਲੱਸੀ ਦਹੀਂ ਖਾਣੀ ਹੈ ਉਹ ਦੁਪਹਿਰ ਨੂੰ ਖਾਓ, ਤਾਂ ਕਿ ਉਸ ਵੇਲੇ ਸਭ ਤੋਂ ਵਧੀਆ ਹਜਮ ਹੁੰਦੀ ਹੈ, ਉਹ ਤਾਂ ਸਭ ਤੋਂ ਵਧੀਆ ਲੱਗਦੀ ਹੈ। ਤਾਂ ਉਸ ਵੇਲੇ ਜਿਹੜੇ ਠੰਡੇ ਭੋਜਨ ਨੇ ਇਹ ਮਨਾ ਕਰਦੇ ਆ, ਜਿਵੇਂ ਖੀਰਾ ਹੈ, ਮੂਲੀ ਹੈ, ਲੱਸੀ ਹੈ, ਦਹੀਂ ਹੈ, ਇਹ ਚੀਜ਼ਾਂ ਰਾਤ ਨੂੰ ਮਨਾ ਕੀਤੀਆਂ ਜਾਂਦੀਆਂ ਨੇ। ਔਰ ਤੁਸੀਂ ਦੇਖਿਆ ਹੋਣਾ ਕਿ ਤੁਸੀਂ ਆਪਣੇ ਆਪ ਨੂੰ ਕਦੀ ਅੰਦਰਲੀ ਆਵਾਜ਼ ਸੁਣੋ ਤਾਂ ਥੋੜ੍ਹਾ ਜੀਅ ਵੀ ਨਹੀਂ ਕਰੇਗਾ ਤੁਹਾਡਾ। ਜਦੋਂ ਤੁਸੀਂ ਦੁਪਹਿਰੇ ਦਹੀਂ ਖਾਓਗੇ ਜਾਂ ਲੱਸੀ ਪੀਓਗੇ ਤੁਹਾਨੂੰ ਬਹੁਤ ਅੱਛੀ ਲੱਗੇਗੀ, ਲੇਕਿਨ ਜੇ ਤੁਸੀਂ ਸ਼ਾਮ ਤੋਂ ਬਾਅਦ ਲੱਸੀ ਦਹੀਂ ਜਾਂ ਮੂਲੀ ਖਾਓਗੇ ਤਾਂ ਤੁਹਾਨੂੰ ਅੱਛੀ ਨਹੀਂ ਲੱਗੇਗੀ। ਐਵੇਂ ਧੱਕੇ ਨਾਲ ਹੀ ਆਪਾਂ ਖਾ ਰਹੇ ਹੁੰਦੇ ਹਾਂ। ਤੁਸੀਂ ਕਦੀ ਆਪਣੀ ਅੰਦਰਲੀ ਆਵਾਜ਼ ਸੁਣ ਕੇ ਦੇਖਿਓ, ਤੁਹਾਨੂੰ ਉਹ ਤੁਹਾਡੀ ਲਾਈਕਿੰਗ ਵੀ ਜਿਹੜੀ ਹੈ ਉਹ ਤੁਹਾਨੂੰ ਅੰਦਰੋਂ ਵੀ ਆਵਾਜ਼ ਆ ਰਹੀ ਹੁੰਦੀ ਹੈ ਵੀ ਇਹ ਖਾਣਾ ਜਿਹੜਾ ਇਸ ਵੇਲੇ ਖਾਣ ਵਾਲਾ ਹੈ ਨਹੀਂ ਗਾ। ਤਾਂ ਇਹ ਚੀਜ਼ਾਂ 'ਚ ਬਿਲਕੁਲ ਸਾਇੰਟੀਫਿਕ ਹੈਗੀ ਹੈ, ਹਜਮ ਵੀ ਨਹੀਂ ਹੁੰਦੀਆਂ ਵਧੀਆ ਹੈ। ਇਹ ਵਧੀਆ ਜਿਹੜੇ ਇਹ ਖਾਣੇ ਨੇ ਇਹ ਦੁਪਹਿਰ ਦੇ ਖਾਣੇ ਨੇ, ਖੀਰਾ, ਮੂਲੀ ਜਾਂ ਲੱਸੀ ਦਹੀਂ, ਇਹ ਦੁਪਹਿਰ ਵੇਲੇ ਖਾਣ ਵਾਲੀਆਂ ਚੀਜ਼ਾਂ ਨੇ, ਇਹ ਰਾਤ ਨੂੰ ਖਾਣ ਵਾਲੀਆਂ ਚੀਜ਼ਾਂ ਨਹੀਂ ਹਨ। ਇੱਕ ਚੀਜ਼ ਜਿਹੜੀ ਹੈ, ਡਾਕਟਰਸ ਅਕਸਰ ਸ਼ਰਾਬ ਪੀਣ ਨੂੰ ਜਾਂ ਰੰਮ ਲੈਣ ਨੂੰ ਅਕਸਰ ਮਨਾ ਕਰਦੇ ਨੇ ਵੀ ਇਹ ਚੀਜ਼ਾਂ ਜਿਹੜੀਆਂ ਨੇ ਖਰਾਬ ਨੇ। ਬਟ ਆਪਣੇ ਪੁਰਾਣੇ ਜਿਹੜੇ ਧਾਰਨਾ ਇੱਕ ਬਣੀ ਹੋਈ ਹੈ ਵੀ ਰੰਮ ਜਿਹੜੀ ਹੈ ਜੇ ਇੱਕ ਉਹਦਾ ਪੈਕ ਜਿਹਾ ਬਣਾ ਕੇ ਲਿਆ ਜਾਵੇ, ਚਾਹੇ ਔਰਤ ਲੈ ਸਕਦੀ ਹੈ, ਕੋਈ ਵੀ ਲੈ ਸਕਦਾ, ਅਤੇ ਉਹ ਸਰੀਰ ਵਾਸਤੇ ਬਹੁਤ ਵਧੀਆ ਹੁੰਦੀ ਹੈ। ਕੀ ਇਹਦੇ 'ਚ ਸੱਚਾਈ ਹੈ? ਬਿਲਕੁਲ, ਗਰਮ ਪਾਣੀ 'ਚ ਕੋਸੇ ਪਾਣੀ 'ਚ ਪਾ ਕੇ ਬਰਾਂਡੀ ਦਿੰਦੇ ਹੁੰਦੇ ਸੀਗੇ ਪੁਰਾਣੇ ਜ਼ਮਾਨੇ 'ਚ। ਜਿਵੇਂ ਬੱਚਿਆਂ ਨੂੰ ਕੁਛ ਬੂੰਦਾਂ ਪਾ ਕੇ ਦੇ ਦਿੰਦੇ ਸੀਗੇ। ਜੀ। ਤਾਂ ਉਹ ਬਰਾਂਡੀ ਜਿਹੜੀ ਸੀਗੀ ਉਹ ਸਾਡੀ ਜਿਹੜੀ ਸਿਸਟਮ ਨੂੰ ਬੂਸਟਅਪ ਕਰਦੀ ਸੀਗੀ, ਕਿਉਂਕਿ ਅਲਕੋਹਲ ਦੇ ਅੰਦਰ ਇੱਕ ਗੁਣ ਹੈ ਕਿ ਉਹ ਤੁਹਾਡੇ ਸਰੀਰ ਨੂੰ ਊਰਜਾ ਦਿੰਦੀ ਹੈ, ਗਰਮੀ ਦਿੰਦੀ ਹੈ, ਅਤੇ ਤੁਹਾਡਾ ਸਰੀਰ ਜਿਹੜਾ ਉਹ ਬਿਮਾਰੀ ਨਾਲ ਲੜ ਲੈਂਦਾ। ਜੇ ਮੰਨ ਲਓ ਤੁਹਾਨੂੰ ਖਾਂਸੀ ਆ ਰਹੀ ਹੈ, ਬਹੁਤ ਗਲਾ ਜਿਹੜਾ ਨਿਕਲ ਨਹੀਂ ਰਹੀ, ਜਾਂ ਤੁਹਾਨੂੰ ਕੋਈ ਕਿਸੇ ਕਿਸਮ ਦੀ ਠੰਡ ਲੱਗੀ ਹੈ, ਤਾਂ ਉਹ ਜਿਹੜਾ ਸਰਦੀ ਬਹੁਤ ਲੱਗ ਰਹੀ ਹੈ, ਤਾਂ ਤੁਹਾਨੂੰ ਤੁਸੀਂ ਜੇ ਲੈ ਲਓਗੇ ਇਹ ਹਲਕਾ ਜਿਹਾ ਪੈਗ ਬਣਾ ਕੇ, ਉਹਨੂੰ ਪੈਗ ਕਹਿ ਦਿੰਦੇ ਆਪਾਂ, ਲੇਕਿਨ ਉਹਦਾ ਮਤਲਬ 10 ਜਾਂ 15 ml ਦੀ ਹੁੰਦੀ ਹੈ। ਉਹਨੂੰ ਗਰਮ ਪਾਣੀ ਪਾ ਕੇ ਬਰਾਂਡੀ ਜਾਂ ਰੰਮ ਉਹ ਇੱਕੋ ਜਿਹਾ ਰੋਲ ਪਲੇ ਕਰਦੇ ਆ। ਉਹ ਬਰਾਂਡੀ ਅਤੇ ਰੰਮ ਬਹੁਤ ਸਾਡੇ ਪੁਰਾਣੇ ਕਲਚਰ ਦਾ ਸੱਭਿਆਚਾਰ ਰਿਹਾ। ਬਰਾਂਡੀ ਅਤੇ ਰੰਮ ਜਿਹੜੀ ਦੇਣੀ ਖਾਸ ਕਰਕੇ ਸਰਦੀਆਂ ਦੇ ਮੌਸਮ 'ਚ, ਜਦੋਂ ਕੋਈ ਹੋਰ ਉਦੋਂ ਦਵਾਈਆਂ ਘੱਟ ਹੋਣ ਕਰਕੇ ਬੜੀ ਕਾਰਗਰ ਹੁੰਦੀ ਸੀ। ਮੈਂ ਬਹੁਤ ਵਾਰੀ ਖੁਦ ਯੂਜ਼ ਕੀਤੀ ਹੋਈ ਹੈ ਔਰ ਬਹੁਤ ਇਫੈਕਟਿਵ ਹੁੰਦੀ ਹੈ। ਇੱਕ ਜਿਹੜੀ ਹੈ ਉਹ ਪੁਰਾਣੇ ਜ਼ਮਾਨੇ ਦੇ ਵਿੱਚ ਕਿਹਾ ਜਾਂਦਾ ਸੀਗਾ ਕਿ ਮਾਵਾਂ ਜਿਹੜੀਆਂ ਸੀਗੀਆਂ ਉਹ ਬੱਚੇ ਜਦੋਂ ਪੈਦਾ ਹੁੰਦੇ ਸੀਗੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀਗਾ ਕਿ ਇਹਦੀਆਂ ਅੱਖਾਂ ਦੇ ਵਿੱਚ ਸੁਰਮਾ ਪਾਓ, ਇਹਦੀਆਂ ਅੱਖਾਂ ਮੋਟੀਆਂ ਹੋ ਜਾਣਗੀਆਂ ਅਤੇ ਅੱਖਾਂ ਦੀ ਰੋਸ਼ਨੀ ਜਿਹੜੀ ਆ ਉਹ ਤੇਜ਼ ਹੋ ਜਾਏਗੀ। ਅਤੇ ਇੱਦਾਂ ਹੀ ਜਨਮ ਘੁੱਟੀ ਦਾ ਵੀ ਰਿਵਾਜ਼ ਸੀਗਾ। ਇਹ ਕੀ ਇਹਦੇ ਪਿੱਛੇ ਦੀਆਂ ਸੱਚਾਈਆਂ ਕੀ ਨੇ? ਅਤੇ ਉਹ ਜਿਹੜਾ ਸੁਰਮਾ ਸੀ ਨਾ, ਉਸ ਵੇਲੇ ਕੀ ਹੁੰਦਾ ਸੀਗਾ ਕਿ ਜਦੋਂ ਮਾਂ ਦੇ ਮਤਲਬ ਨੋਰਮਲ ਡਿਲੀਵਰੀਜ਼ ਹੁੰਦੀਆਂ ਸੀਗੀਆਂ, ਅਤੇ ਜਦੋਂ ਮਾਂ ਦੇ ਪੇਟ 'ਚੋਂ ਪੈਸੇਜਸ 'ਚੋਂ ਰਸਤੇ 'ਚੋਂ ਬੱਚਾ ਲੰਘਦਾ ਸੀਗਾ ਤਾਂ ਉਹਨੂੰ ਅੱਖਾਂ ਦੀ ਇਨਫੈਕਸ਼ਨ ਹੋ ਜਾਇਆ ਕਰਦੀ ਸੀ, ਅਤੇ ਜੰਮਣ ਸਾਰੀ ਬੱਚੇ ਨੂੰ ਪੀਕ ਆਉਣ ਲੱਗ ਜਾਂਦੀ ਸੀ, ਜਿਹੜੀ ਉਹਦੇ 'ਚੋਂ ਅੱਖਾਂ 'ਚ ਪੀਕ ਪੈ ਜਾਂਦੀ ਸੀ, ਅਤੇ ਬਹੁਤ ਬੁਰੀ ਤਰ੍ਹਾਂ ਅੱਖਾਂ ਉਹਦੀਆਂ ਸੁੱਜ ਜਾਂਦੀਆਂ ਸੀਗੀਆਂ। ਅਤੇ ਸੁਰਮਾ ਇੱਕ ਇਹੋ ਜਿਹੀ ਚੀਜ਼ ਸੀਗੀ ਜਿਹੜਾ ਕਿ ਉਸ ਵੇਲੇ ਐਂਟੀਬਾਇਓਟਿਕ ਦਾ ਕੰਮ ਕਰਦਾ ਸੀਗਾ, ਕਿ ਸੁਰਮੇ ਦਾ ਗੁਣ ਹੁੰਦਾ ਐਂਟੀਬਾਇਓਟਿਕ। ਤਾਂ ਉਹ ਜਿਹੜਾ ਐਂਟੀਬਾਇਓਟਿਕ ਦਾ ਨਾਲੇ ਤਾਂ ਇੱਕ ਨਜ਼ਰ ਦਾ ਵੀ ਇੱਕ ਬਣਿਆ ਹੋਇਆ ਸੀ ਸਾਡੇ ਕੰਸੈਪਟ ਵੀ ਨਜ਼ਰ ਨਾ ਲੱਗ ਜੇ, ਉਹ ਕਾਲਾ ਟਿੱਕਾ ਲਾਉਣਾ ਜਾਂ ਸੁਰਮਾ ਪਾਉਣਾ ਜਿਹੜਾ ਸੀਗਾ ਉਹ ਮੰਨਿਆ ਜਾਂਦਾ ਸੀਗਾ। ਇੱਕ ਸੁਹੱਪਣ ਦਾ ਵੀ ਹੈਗਾ ਇਹ ਸਿੰਬਲ ਬਣਿਆ ਹੋਇਆ ਕਿ ਸੁਰਮਾ ਪਾਉਣਾ ਜਿਹੜਾ ਜਾਂ ਜਿਸ ਤਰ੍ਹਾਂ ਆਪਾਂ ਸੰਦੂਰ ਲਾਉਣਾ ਜਾਂ ਇੱਦਾਂ ਦੀਆਂ, ਉਹ ਉਹਦੇ ਨਾਲ ਇੱਕ ਸੁਹੱਪਣ ਦਾ ਵੀ ਹੈ, ਨਜ਼ਰ ਦਾ ਵੀ ਹੈ। ਅਤੇ ਉਹਦਾ ਜਿਹੜਾ ਸਾਇੰਟੀਫਿਕ ਬੇਸ ਮੇਰੇ ਖਿਆਲ 'ਚ ਇਹ ਹੋਏਗਾ ਉਹਦਾ, ਕਿ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਨੋਰਮਲ ਡਿਲੀਵਰੀਜ਼ ਬਹੁਤ ਹੁੰਦੀਆਂ ਸੀਗੀਆਂ ਤਾਂ ਕਿਉਂਕਿ ਉਸ ਵੇਲੇ ਬਹੁਤ ਹਾਈਜੈਨਿਕ ਨਹੀਂ ਸੀ ਹੁੰਦਾ ਕੰਮ, ਸਾਰਾ ਮਿੱਟੀ ਮੁੱਟੀ ਅਕਸਰ ਹੁੰਦੀ ਸੀ ਆਲੇ ਦੁਆਲੇ, ਤਾਂ ਮਾਂ ਦੇ ਪੈਸੇਜਸ ਦੇ ਅੰਦਰ ਜਿਹੜੇ ਐਨੇ ਬੈਕਟੀਰੀਆ ਹੁੰਦੇ ਸੀ ਕਿ ਜਦੋਂ ਬੱਚਾ ਲੰਘ ਕੇ ਆਉਂਦਾ ਸੀ ਉੱਥੋਂ, ਤਾਂ ਸਭ ਤੋਂ ਪਹਿਲਾ ਕੰਮ ਉਹਦਾ ਹੁੰਦਾ ਸੀ ਉਹਦੀਆਂ ਅੱਖਾਂ ਦੇ ਅੰਦਰ ਇਨਫੈਕਸ਼ਨ ਹੋ ਜਾਂਦੀ ਸੀ, ਅਤੇ ਉਹਨੂੰ ਨਿਓਨੇਟਲ ਕੰਜੰਕਟਿਵਾਈਟਿਸ ਕਹਿੰਦੇ ਸੀਗੇ, ਅਤੇ ਉਹ ਮੋਟੀ ਗੱਡ ਆਉਣੀ ਸ਼ੁਰੂ ਹੋ ਜਾਂਦੀ ਸੀ, ਅਤੇ ਅੱਖਾਂ ਜਿਹੜੀਆਂ ਸੁੱਜ ਜਾਂਦੀਆਂ ਸੀਗੀਆਂ, ਅਤੇ ਬੜੀ ਦਿੱਕਤ ਹੁੰਦੀ ਸੀ ਉਸ ਵੇਲੇ। ਉਹ ਸੁਰਮਾ ਜਿਹੜਾ ਸੀਗਾ ਫੌਰੀ ਅਗਰ ਪਾਤਾ ਜਾਂਦਾ ਸੀਗਾ ਤਾਂ ਉਹਦੇ ਨਾਲ ਜਿਹੜੀ ਉਹ ਇਨਫੈਕਸ਼ਨ ਜਿਹੜੀ ਸੀ ਰੁਕ ਜਾਂਦੀ ਸੀਗੀ। ਇੱਕ ਕਹਿੰਦੇ ਨੇ ਵੀ ਲਟਕਣ ਦੇ ਨਾਲ ਜਿਹੜਾ ਉਹ ਕਹਿੰਦੇ ਕੱਦ ਜਿਹੜਾ ਉਹ ਲੰਬਾ ਹੋ ਜਾਂਦਾ ਬੱਚਿਆਂ ਦਾ, ਅਤੇ ਜਿਹੜੇ ਛੋਟੇ ਜਿਹੜੀਆਂ ਬੱਚੀਆਂ ਹੁੰਦੀਆਂ ਨੇ ਸਾਡੀਆਂ, ਜੇਕਰ ਉਹਨਾਂ ਨੂੰ ਜਲਦੀ ਮਾਹਵਾਰੀ ਆ ਜਾਏ ਤਾਂ ਫਿਰ ਉਹਨਾਂ ਦਾ ਕੱਦ ਰੁਕ ਜਾਂਦਾ। ਇਹਦੇ ਪਿੱਛੇ ਦੀ ਕੀ ਸੱਚਾਈ ਹੈ? ਹਾਂ, ਇਹ ਤਾਂ ਜਿਹੜੀ ਹੈਗੀ ਜਿਹੜਾ ਲਟਕਣ ਵਾਲਾ ਕੰਮ ਹੈ, ਲਟਕਣ ਦਾ ਦੇਖੋ ਜਿਹੜਾ ਹੁੰਦਾ ਨਾ, ਜਿੱਥੇ ਗਰੋਥ ਬੋਨ ਦੀ ਗਰੋਥ ਹੋਣੀ ਹੁੰਦੀ ਆ,
ਉਹ ਹੁੰਦੇ ਆ ਜਿਹੜੇ ਐਂਡਸ ਨੇ ਬੋਨ ਦਾ, ਜਿੱਦਾਂ ਸਾਡੇ ਜੋੜ ਨੇ ਗੋਡੇ ਨੇ, ਤਾਂ ਗੋਡਿਆਂ ਦੇ ਜਸਟ ਉੱਪਰ ਜੋੜ ਹੁੰਦਾ ਜਿਹਨੂੰ ਗਰੋਇੰਗ ਐਂਡ ਕਹਿੰਦੇ ਹਾਂ ਅਸੀਂ ਉਹਨੂੰ ਕਹਿੰਦੇ ਗਰੋਇੰਗ ਐਂਡ ਆਫ ਦਾ ਬੋਨ। ਮਤਲਬ ਉਹ ਜਿਹੜੀਆਂ ਲੰਬੀਆਂ ਹੱਡੀਆਂ ਨੇ ਉਹਦੇ ਸਿਰੇ ਨੂੰ ਦੇ ਇੰਚ 1.5 ਇੰਚ ਨੂੰ ਛੱਡ ਕੇ ਜਿੱਥੋਂ ਗਰੋ ਕਰਦੀ ਹੈ ਬੋਨ। ਮੰਨ ਲਓ ਲੱਤ ਦੀਆਂ ਇੱਕ ਹੱਡੀ ਥੱਲੇ ਅਤੇ 2 ਹੱਡੀਆਂ ਥੱਲੇ 3 ਹੱਡੀਆਂ ਨੇ, ਤਿੰਨਾਂ ਦਾ 1-1 ਇੰਚ ਛੱਡ ਕੇ ਉਹਦਾ ਗਰੋਇੰਗ ਐਂਡ ਹੁੰਦਾ। ਜਦੋਂ ਬੱਚਾ ਲਟਕਦਾ ਤਾਂ ਉੱਥੇ ਖਿੱਚ ਪੈਂਦੀ ਆ ਉਹ ਗਰੋਇੰਗ ਐਂਡ 'ਤੇ। ਗਰੋਇੰਗ ਐਂਡ ਜਿਹੜਾ ਹੁੰਦਾ ਉਹ ਬੋਨ ਨਹੀਂ ਹੁੰਦੀ, ਇੱਕ ਐਂਡ 'ਤੇ ਥੱਲੇ ਹੱਡੀ ਜੁੜੀ ਹੁੰਦੀ ਹੈ, ਵਿਚਾਲੇ ਇੱਥੇ ਗਰੋ ਕਰ ਰਹੀ ਹੈ ਮੰਨ ਲਓ, ਤਾਂ ਜਦੋਂ ਖਿੱਚ ਪੈਂਦੀ ਹੈ ਉਹ ਤਾਂ ਸਟੀਮੂਲੇਸ਼ਨ ਹੁੰਦੀ ਹੈ। ਤਾਂ ਕੁਦਰਤੀ ਗੱਲ ਥੋੜ੍ਹਾ ਬਹੁਤਾ ਉਹਦੇ ਨਾਲ ਫਰਕ ਪੈਂਦਾ ਹੋ ਸਕਦਾ, ਬਹੁਤਾ ਫਰਕ ਤਾਂ ਕੀ ਪੈਣਾ। ਲੇਕਿਨ ਇਹਦਾ ਇੱਕ ਜੇ ਬਣਾਇਆ ਕਿਸੇ ਨੇ ਇਹਦਾ ਤਾਂ ਉਹਦਾ ਮੇਰੇ ਖਿਆਲ 'ਚ ਇਹ ਹੋਣਾ ਕਿ ਜਦੋਂ ਬੱਚਾ ਲਟਕੇਗਾ ਤਾਂ ਉਸ ਥਾਂ ਦੇ ਉੱਪਰ ਇੱਕ ਖਿੱਚ ਪਏਗੀ ਨਾ, ਤਾਂ ਖਿੱਚ ਪਏਗੀ ਤਾਂ ਉਹ ਥੋੜ੍ਹੀ ਜਿਹੀ ਸਟੀਮੂਲੇਸ਼ਨ ਦੀ ਰੋਲ ਕਰ ਇੱਦਾਂ ਦਾ ਕੁਛ ਹੋ ਸਕਦਾ। ਬੱਚਿਆਂ ਦੀ ਮਾਹਵਾਰੀ ਜਦੋਂ ਆ ਜਾਂਦੀ ਹੈ ਉਹਨਾਂ ਦਾ ਕੱਦ ਰੁਕ ਜਾਂਦਾ। ਹਾਂ ਜੀ, ਜੇ ਅਰਲੀ ਮਾਹਵਾਰੀ ਆ ਜਾਣਾ ਤਾਂ ਇਹਦਾ ਮਤਲਬ ਹੈ ਕਿ ਉਸ ਵੇਲੇ ਉਹ ਬੱਚਿਆਂ ਦਾ ਫਿਰ ਜਿਹੜਾ ਉਹ ਮਾਹਵਾਰੀ ਆਉਣਾ ਜਵਾਨੀ ਦੀ ਨਿਸ਼ਾਨੀ ਹੈ। ਅਤੇ ਲੇਕਿਨ ਅੱਜ ਇੱਕ ਇਹੋ ਜਿਹਾ ਵਰਤਾਰਾ ਹੋ ਗਿਆ ਕੋਈ ਖਾਣ ਪੀਣ ਕਰਕੇ, ਕੁਛ ਜ਼ਹਿਰਾਂ ਕਰਕੇ, ਕਿ ਮਾਹਵਾਰੀ ਬਹੁਤ ਜਲਦੀ ਆ ਜਾਂਦੀ ਹੈ ਜੇ ਬੱਚੀ ਦਾ ਕੱਦ ਪੂਰਾ ਵਧਿਆ ਨਹੀਂ ਹੁੰਦਾ। ਪਹਿਲਾਂ ਬੱਚੀਆਂ ਨੂੰ ਮਾਹਵਾਰੀ ਆਉਂਦੀ ਸੀ 15 ਸਾਲ 'ਤੇ 16 ਸਾਲ 'ਤੇ, ਜਦੋਂ ਕਿ ਬੱਚੀ ਦਾ ਕੱਦ ਪੂਰਾ ਬਣ ਚੁੱਕਿਆ ਹੁੰਦਾ ਸੀ। ਅੱਜ 9-9 10-10 ਸਾਲ 'ਤੇ ਮਾਹਵਾਰੀ ਆ ਰਹੀ ਹੈ। ਤਾਂ ਇਸ ਗੱਲ ਦੀ ਜਿਹੜੀ ਹੈਗੀ ਹੈ ਕਿ ਉਹ ਸਰੀਰ ਕਨਫਿਊਜ਼ ਹੋ ਜਾਂਦਾ, ਫਿਰ ਸਰੀਰ ਦੇ ਵਿੱਚ ਐਸਾ ਕਨਫਿਊਜ਼ਨ ਹੁੰਦਾ, ਸਾਰਾ ਅਪਸੈਟ ਹੋ ਜਾਂਦਾ ਕਿ ਇਹ ਬੱਚੀ ਦੀ ਉਮਰ ਹੁਣ ਕਿੰਨੀ ਹੈ ਅਤੇ ਕਿੰਨਾ ਵਾਧਾ ਕਰਨਾ। ਤਾਂ ਕੁਦਰਤੀ ਗੱਲ ਉਸ ਗੱਲ ਦੀ ਜਿਹੜੀ ਹੈ ਪੋਸੀਬਿਲਿਟੀ ਹੈਗੀ ਹੈ ਕਿ ਜੇ ਅਗਰ ਮੈਂ ਮਾਹਵਾਰੀ ਜਲਦੀ ਆ ਰਹੀ ਤਾਂ ਮਤਲਬ ਟੋਟਲ ਡਿਸਟਰਬੈਂਸ ਹੋ ਰਹੀ ਹੈ ਕਿਤੇ ਨਾ ਕਿਤੇ। ਤਾਂ ਉਹ ਡਿਸਟਰਬੈਂਸ ਜਿਹੜੀ ਹੈ ਉਹ ਹੱਡੀਆਂ ਨੂੰ ਵੀ ਅਫੈਕਟ ਕਰਦੀ ਹੋਏਗੀ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਧਾਰਨਾ ਜਿਹੜੀ ਹੈ ਕਿਤੇ ਨਾ ਕਿਤੇ ਠੀਕ ਹੋ ਸਕਦੀ ਹੈ ਕਿ ਜੇ ਮਾਹਵਾਰੀ ਬਹੁਤ ਜਲਦੀ ਆ ਰਹੀ ਤਾਂ ਬੱਚੀ ਦਾ ਕੱਦ ਜਿਹੜਾ ਉਹ ਘੱਟ ਵਧੇਗਾ। ਇੱਕ ਡਾਕਟਰ ਸਾਹਿਬ ਜਿਹੜੀ ਮੁਸਲਿਮ ਭਾਈਚਾਰੇ ਦੇ ਵਿੱਚ ਇਹ ਧਾਰਨਾ ਹੈਗੀ ਹੈ ਕਿ ਜਦੋਂ ਧਰਮ ਦੇ ਅਨੁਸਾਰ ਵੀ ਜੇ ਤੁਸੀਂ ਲੈਟਰਿਨ ਬੈਠਣਾ ਹੈਗਾ ਤਾਂ ਖੱਬੀ ਵੱਖੀ ਦੇ ਉੱਤੇ ਹੱਥ ਰੱਖ ਕੇ ਤੁਸੀਂ ਬੈਠਣਾ, ਅਤੇ ਉਹ ਧਰਮ ਦੇ ਨਾਲ ਜੁੜਿਆ ਹੋਇਆ। ਕੀ ਇਹਦੇ ਪਿੱਛੇ ਕੋਈ ਸਾਇੰਟੀਫਿਕ ਤੱਥ ਵੀ ਹੈਗਾ ਜੀ? ਹਾਂ, ਬਿਲਕੁਲ ਸਾਇੰਟੀਫਿਕ ਤੱਥ ਹੋਏਗਾ ਇਹਦੇ ਪਿੱਛੇ, ਕਿਉਂਕਿ ਅਲਟੀਮੇਟਲੀ ਕਲਵੰਦੀ ਜਿਹੜੀ ਲੈਟਰਿਨ ਹੈ ਉਹ ਜਦੋਂ ਸਾਰਾ ਪੇਟ 'ਚੋਂ ਇਕੱਠੀ ਹੁੰਦੀ ਹੈ, ਵੱਡੀ ਆਂਤ 'ਚ ਜਾਂਦੀ ਹੈ, ਛੋਟੀ ਆਂਤ 'ਚ ਫੂਡ ਹਜਮ ਹੁੰਦਾ ਅਤੇ ਫਿਰ ਵੱਡੀ ਆਂਤ ਜਿਹੜੀ ਹੈ ਉਹ ਇਨਵਰਟਡ ਯੂ ਸ਼ੇਪ ਹੈ। ਉਹ ਸੱਜੇ ਪਾਸੋਂ ਯੂ ਸ਼ੁਰੂ ਹੁੰਦਾ, ਫਿਰ ਉੱਪਰੋਂ ਜਾਂਦਾ, ਫਿਰ ਪੇਟ ਦੇ ਥੱਲੇ ਪਾਸੇ ਚੱਲਦਾ ਅਤੇ ਫਿਰ ਥੱਲੇ ਨੂੰ ਆਉਂਦਾ। ਜਦੋਂ ਯੂ ਥੱਲੇ ਐਂਡ ਕਰਦਾ ਤਾਂ ਉਹਦੇ ਐਂਡ 'ਤੇ ਜਾ ਕੇ ਲੈਟਰਿਨ ਫਿਰ ਰੁਕਦੀ ਹੈ, ਉਹ ਖੱਬਾ ਪਾਸਾ ਹੈ। ਤਾਂ ਉੱਥੇ ਜਾ ਕੇ ਲੈਟਰਿਨ ਪਈ ਹੁੰਦੀ, ਜਿਹੜੀ ਕਿ ਅਸੀਂ ਬਾਹਰ ਕੱਢਦੇ ਹਾਂ ਲੈਟਰਿਨ, ਉਹ ਵੱਡੀ ਆਂਤ ਦੇ ਹੇਠਲੇ ਹਿੱਸੇ 'ਤੇ ਜਿਹੜੀ ਇਕੱਠੀ ਹੋਈ ਲੈਟਰਿਨ ਉਨੀ ਹੀ ਨਿਕਲਣੀ ਹੁੰਦੀ ਬਸ, ਉਹ ਬਾਕੀ ਵੱਡੀ ਆਂਤ ਵਾਲੀ ਉੱਪਰਲੀ ਨਹੀਂ ਆਉਂਦੀ। ਤਾਂ ਉਹ ਲੈਟਰਿਨ ਜਿਹੜੀ ਹੁੰਦੀ ਹੈ, ਚਾਹੇ 100 ਗ੍ਰਾਮ ਹੋਵੇ, 150 ਗ੍ਰਾਮ ਹੋਵੇ, 200 ਗ੍ਰਾਮ ਹੋਵੇ, ਉਹ ਲੈਟਰਿਨ ਨਹੀਂ ਬਾਹਰ ਆਉਣਾ। ਅਤੇ ਜਦੋਂ ਅਸੀਂ ਖੱਬੇ ਪਾਸੇ ਹੱਥ ਰੱਖਾਂਗੇ ਤਾਂ ਉਹ ਥਾਂ ਹੈ ਜਿੱਥੇ ਕਿ ਉਹ ਲੈਟਰਿਨ ਪਹਿਲਾਂ ਇਕੱਠੀ ਹੋ ਚੁੱਕੀ ਹੈ। ਤਾਂ ਜਦੋਂ ਹੱਥ ਰੱਖ ਕੇ ਆਪਾਂ ਆਪਣਾ ਮਾਈਂਡ ਫੋਕਸ ਹੋ ਜਾਏਗਾ ਨਾ, ਇੱਧਰ ਖੱਬੇ ਹੱਥ ਰੱਖਿਆ ਤਾਂ ਉੱਪਰ ਮਾਈਂਡ ਵੀ ਤਾਂ ਉੱਥੇ ਹੱਥ ਦੇ ਉੱਪਰ ਧਿਆਨ ਚਲਾ ਗਿਆ ਨਾ, ਤਾਂ ਜੇ ਆਪਾਂ ਉੱਥੇ ਧਿਆਨ ਕੇਂਦਰਿਤ ਕਰਾਂਗੇ ਤਾਂ ਉਸ ਅੰਤੜੀ ਨੂੰ ਇੱਕ ਸਟੀਮੂਲੇਸ਼ਨ ਮਿਲੇਗੀ ਤਾਂ ਕਿ ਉਹ ਆਪਣਾ ਇਵੈਕੂਏਟ ਕਰੇ, ਬਾਹਰ ਨਿਕਲੇ। ਅਤੇ ਉਹਦੇ ਨਾਲ ਹੀ ਜੇ ਆਪਾਂ ਵੈਸੇ ਵੀ ਮੈਡੀਟੇਸ਼ਨ ਟਾਈਪ ਕਰ ਲਈਏ ਤਾਂ ਜੇ ਆਪਣੀ ਅੰਤੜੀਆਂ ਨੂੰ ਆਪਾਂ ਅੱਖਾਂ ਬੰਦ ਕਰਕੇ ਜੈਂਟਲ ਰਿਕੁਐਸਟ ਕਰੀਏ ਕਿ ਮੂਵ ਕਰੇ, ਤਾਂ ਉਹ ਨਾਲ ਦੀ ਨਾਲ ਤੁਸੀਂ ਪਾਓਗੇ ਕਿ ਤੁਹਾਡੀਆਂ ਜਿਹੜੀ ਇੰਟੈਸਟਾਈਨ ਹੈ ਮੂਵ ਕਰਨਾ ਸ਼ੁਰੂ ਕਰ ਦਿੰਦੀ ਹੈ। ਕਿਉਂਕਿ ਤੁਹਾਡੀ ਜਿਹੜੀ ਇੰਟੈਸਟਾਈਨ ਹੁੰਦੀ ਹੈ ਉਹ ਤੁਹਾਡੇ ਚੇਤਨ ਮਨ ਦੀ ਕਮਾਂਡ ਨੂੰ ਜੇ ਤੁਸੀਂ ਬਹੁਤ ਡੀਪ ਜਾ ਕੇ ਕਹਿੰਦੇ ਹੋ ਤਾਂ ਬਹੁਤ ਸਤਾਈ ਨਹੀਂ ਹੋਣਾ ਚਾਹੀਦਾ ਵੀ ਧਿਆਨ ਤੁਹਾਡਾ ਕਿਤੇ ਤਾਂ ਤੁਸੀਂ ਮੂੰਹ ਕਹੀ ਜਾਓ, ਉਹ ਤਾਂ ਫਿਰ ਨਹੀਂ ਹੋਏਗਾ। ਜੇ ਤੁਸੀਂ ਕਿਤੇ ਧਿਆਨ ਤੁਹਾਡਾ ਨਹੀਂ, ਤੁਹਾਡਾ ਮਾਈਂਡ ਉੱਥੇ ਹੀ ਫੋਕਸ ਹੈ ਅਤੇ ਉੱਥੇ ਤੁਹਾਡਾ ਮੈਸੇਜ ਪਹੁੰਚਣਾ ਚਾਹੀਦਾ ਮੈਸੇਜ, ਫਿਰ ਧਿਆਨ ਕਿਤੇ ਹੋਰ ਭਟਕਦਾ ਨਹੀਂ ਹੋਣਾ ਚਾਹੀਦਾ। ਉਹਨੂੰ ਮੈਡੀਟੇਸ਼ਨ ਮੂਡ ਕਹਿੰਦੇ ਹਾਂ ਆਪਾਂ। ਮੈਡੀਟੇਸ਼ਨ ਮੂਡ ਦਾ ਮਤਲਬ ਇਹੀ ਹੁੰਦਾ ਕਿ ਤੁਹਾਡੀ ਕੌਨਸਨਟ੍ਰੇਸ਼ਨ, ਤੁਹਾਡੀ ਧਾਰਨਾ ਇੰਨੀ ਸਟਰੋਂਗ ਹੈ ਕਿ ਤੁਸੀਂ ਜਿਹੜੇ ਹਿੱਸੇ ਨੂੰ ਤਾਂ ਕੁਛ ਕਹਿਣਾ ਚਾਹੁੰਦੇ ਹੋ ਉਹ ਹਿੱਸਾ ਤੁਹਾਡੀ ਸੁਣ ਰਿਹਾ। ਜੇ ਤੁਸੀਂ ਗੋਡਾ ਠੀਕ ਕਰਨਾ ਚਾਹੁੰਦੇ ਹੋ ਤਾਂ ਗੋਡੇ ਨੂੰ ਤਾਂ ਰਿੱਕੀ ਕੀ ਹੁੰਦੀ ਹੈ, ਰਿੱਕੀ ਵੀ ਤਾਂ ਇਹੀ ਹੁੰਦੀ ਨਾ ਕਿ ਸਾਡੇ ਗੋਡੇ 'ਤੇ ਅਸੀਂ ਹੱਥ ਰੱਖ ਕੇ ਆਪਣੇ ਗੋਡੇ ਨੂੰ ਮੈਸੇਜ ਦਿੰਦੇ ਹਾਂ ਕਿ ਠੀਕ ਹੋ ਜਾ, ਤਾਂ ਗੋਡੇ ਕੋਲੇ ਉਹ ਕੁਦਰਤ ਸਾਰੀ ਊਰਜਾ ਇਕੱਠੀ ਕਰਕੇ ਗੋਡੇ 'ਤੇ ਲੈ ਜਾਂਦਾ। ਇਸੇ ਤਰ੍ਹਾਂ ਲੈਟਰਿਨ ਕਰਨ ਵੇਲੇ ਵੀ ਉਹ ਊਰਜਾ ਫਿਰ ਜਿਹੜੀ ਇਵੈਕੂਏਟ ਕਰਨ ਦੀ, ਬਾਹਰ ਕੱਢਣ ਦੀ ਲਈ ਊਰਜਾ ਚਾਹੀਦੀ ਹੈ, ਕਿਉਂਕਿ ਬਹੁਤ ਜ਼ੋਰ ਕਰਨਾ ਪੈਂਦਾ ਨਾ, ਅੰਤੜੀਆਂ ਨੂੰ ਪੂਰਾ ਕੰਟਰੈਕਟ ਕਰਨਾ ਪੈਂਦਾ। ਤਾਂ ਉਹ ਬਿਲਕੁਲ ਠੀਕ ਹੈ। ਜੇ ਆਪਾਂ ਖੱਬੇ ਪਾਸੇ ਹੱਥ ਰੱਖ ਕੇ ਧਿਆਨ ਉੱਥੇ ਕੇਂਦਰਿਤ ਕਰਾਂਗੇ ਤਾਂ ਆਪਣੀ ਜਿਹੜੀ ਕਬਜੀ ਦੀ ਸਮੱਸਿਆ ਉਹ ਨਹੀਂ ਹੋਏਗੀ। ਯਾਨੀ ਕਬਜੀ ਵੀ ਇਹਦੇ ਨਾਲ ਖਤਮ ਹੋ ਜਾਂਦੀ ਹੈ? ਬਿਲਕੁਲ ਖਬਤਾ ਨਹੀਂ, ਜੇ ਇਹ ਬੰਦੇ ਦੀ ਧਾਰਨਾ 'ਤੇ ਡਿਪੈਂਡ ਕਰਦਾ। ਜੇ ਉਹ ਸੋਚ ਹੀ ਕਿਤੇ ਹੋਰ ਜਾਂਦਾ, ਨਾਲ ਅਖਬਾਰ ਪੜ੍ਹ ਰਿਹਾ, ਨਾਲ ਕਿਤੇ ਹੋਰ ਟੈਲੀਫੋਨ ਦੇਖੀ ਜਾਂਦਾ ਅਤੇ ਹੱਥੇ ਰੱਖ ਕੇ ਬੈਠਾ, ਫਿਰ ਤਾਂ ਉਹਦਾ ਕੀ ਫਾਇਦਾ ਹੋਣਾ। ਜੇ ਉਹ ਹੱਥ ਰੱਖ ਕੇ ਪੂਰੇ ਕੌਨਸਨਟ੍ਰੇਸ਼ਨ ਨਾਲ ਬੈਠਾ ਹੈ ਅਤੇ ਹੱਥ ਦੇ ਉੱਪਰ ਉਹਦੀ ਚੇਤਨਾ ਵੀ ਫੋਕਸਡ ਹੈ ਤਾਂ ਡੈਫੀਨੇਟਲੀ ਉਹਦੇ ਅੰਦਰ ਕਬਜੀ ਦੇ ਉੱਪਰ ਅੱਛਾ ਪ੍ਰਭਾਵ ਆਏਗਾ। ਡਾਕਟਰ ਸਾਹਿਬ, ਮੇਰਾ ਲਾਸਟ ਸਵਾਲ ਇਹ ਹੈ ਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਰਾਤ ਨੂੰ ਸੌਣ ਵੇਲੇ ਜੇ ਤੁਸੀਂ ਇੱਕ ਗਲਾਸ ਪਾਣੀ ਦਾ ਪੀ ਕੇ ਸੌਂਗੇ ਤਾਂ ਹਾਰਟ ਅਟੈਕ ਦੀ ਜਿਹੜੀ ਸੰਭਾਵਨਾ ਉਹ ਬਹੁਤ ਘੱਟ ਜਾਂਦੀ ਹੈ। ਕੀ ਇਸ 'ਚ ਸੱਚਾਈ ਹੈ?
ਹਾਂ, ਉਹਦੇ 'ਚ ਜਿਹੜਾ ਇੱਕ ਕਿਹਾ ਜਾਂਦਾ ਕਿ ਖੂਨ ਜਿਹੜਾ ਉਹ ਗਾੜਾ ਹੋਏਗਾ ਜਦੋਂ ਤੁਹਾਨੂੰ ਪਿਆਸ ਲੱਗੀ ਹੁੰਦੀ ਹੈ, ਪਾਣੀ ਨਹੀਂ ਪੀਤਾ ਸੀ ਤਾਂ ਖੂਨ ਗਾੜਾ ਹੋ ਜਾਂਦਾ ਨਾ, ਕਿਉਂਕਿ ਤੁਹਾਡੇ ਰਾਤ ਨੂੰ ਤੁਸੀਂ ਜਿਹੜੀ ਪਾਣੀ ਆਪਾਂ ਨਹੀਂ ਪੀਣ ਦੀ ਕੋਸ਼ਿਸ਼ ਕਰਦੇ, ਆਪਣੀ ਕੋਸ਼ਿਸ਼ ਹੁੰਦੀ ਕਿ ਪਾਣੀ ਨਾ ਪੀਓ ਤਾਂ ਕਿ ਪਿਸ਼ਾਬ ਨਾ ਆਵੇ, ਉੱਠਣਾ ਨਾ ਪਵੇ ਵਾਰ-ਵਾਰ। ਤਾਂ ਉਹਦੇ ਅੰਦਰ ਹੁੰਦਾ ਕਿ ਜੇ ਆਪਣਾ ਖੂਨ ਗਾੜਾ ਹੋਏਗਾ ਤਾਂ ਕੁਦਰਤੀ ਗੱਲ ਥੋੜ੍ਹੀ ਹਾਰਟ ਅਟੈਕ ਦੀ ਪੋਸੀਬਿਲਿਟੀ ਵੱਧ ਜਾਏਗੀ। ਲੇਕਿਨ ਜੇ ਆਪਾਂ ਪਾਣੀ ਪੀ ਕੇ ਸੋਏ ਹਾਂ ਅਤੇ ਆਪਾਂ ਨੂੰ ਕੋਈ ਅੰਦਰ ਘਾਟ ਨਹੀਂ ਪਾਣੀ ਦੀ, ਤਾਂ ਉਹ ਖੂਨ ਗੁਣਾ ਗਾੜਾ ਨਹੀਂ ਹੋਏਗਾ। ਤਾਂ ਇਹ ਗੱਲ ਜਿਹੜੀ ਹੈ ਥੋੜ੍ਹੀ ਇਸ ਗੱਲ ਦੀ ਸੰਭਾਵਨਾ ਹੋ ਸਕਦੀ ਹੈ ਇਸ ਗੱਲ ਦੀ ਸੰਭਾਵਨਾ ਕਿ ਇਹ ਜਿਹੜਾ ਵਿਸ਼ਵਾਸ ਬਣਿਆ ਹੋਇਆ ਇਹਦੇ ਅੰਦਰ ਵੀ ਕੁਛ ਨਾ ਕੁਛ ਸੱਚਾਈ ਹੋਵੇ। ਇਹ ਡਾਕਟਰ ਸਾਹਿਬ, ਆਖਿਰ ਦੇ ਵਿੱਚ ਤੁਸੀਂ ਦਰਸ਼ਕਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਕਿ ਜਿਹੜੇ ਨਾਨੀ ਦਾਦੀ ਦੇ ਜਿਹੜੇ ਸਾਡੇ ਨੁਸਖੇ ਸੀਗੇ, ਕਿ ਉਹਨਾਂ ਦੇ ਉੱਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ, ਅਤੇ ਜੇ ਕਰਨਾ ਚਾਹੀਦਾ ਤਾਂ ਕਿੰਨਾ ਕੁ ਕਰਨਾ ਚਾਹੀਦਾ, ਅਤੇ ਜਿਹੜੇ ਅੱਜ ਦੇ ਵਿਗਿਆਨ ਦੇ ਅਨੁਸਾਰ ਜੋ ਕੁਛ ਚੱਲ ਰਿਹਾ ਉਹ ਅਤੇ ਪੁਰਾਣੇ ਨਾਨੀ ਦਾਦੀ ਦੇ ਨੁਸਖੇ ਜਿਹੜੇ ਨੇ ਉਹ ਕਿੰਨੇ ਕਾਰਗਰ ਨੇ? ਉਹ ਕਵਨ ਜੀ, ਜਿਹੜੇ ਨੁਸਖੇ ਨੇ ਆਪਾਂ ਸ਼ੁਰੂ ਜਿਵੇਂ ਗੱਲ ਕੀਤੀ ਸੀ ਕਿ ਇਹ ਬਹੁਤ ਸਦੀਆਂ ਦੇ, ਹਜ਼ਾਰਾਂ ਸਾਲਾਂ ਦੇ ਸਿਆਣਪ 'ਚੋਂ ਇੱਕ ਨਿਚੋੜ ਹੁੰਦਾ ਹੈ, ਔਰ ਬਾਈ ਐਂਡ ਲਾਰਜ ਉਹ ਠੀਕ ਨੇ, ਬਹੁਤੇ ਠੀਕ ਨੇ। ਕਿਤੇ ਕਿਤੇ ਕੋਈ ਰੀਤੀ ਰਿਵਾਜ ਜਿਹੜਾ ਹੋ ਸਕਦਾ ਕਿ ਅੱਜ ਦੀ ਲਾਈਫ ਦੇ ਅੰਦਰ ਕੋਈ ਅੜਿੱਕਾ ਬਣਦਾ ਹੋਵੇ ਜਾਂ ਕੋਈ ਨੈਗੇਟਿਵ ਉਹਦਾ ਕੋਈ ਰੋਲ ਹੋਵੇ, ਬਹੁਤ ਹੀ ਘੱਟ ਹੋਣਗੇ। ਜਦ ਤੱਕ ਉਹ ਵਿਸ਼ਵਾਸ, ਉਹ ਨੁਕਤਾ ਇਹੋ ਜਿਹਾ ਨਹੀਂ ਜਿਹੜਾ ਕਿ ਤੁਹਾਨੂੰ ਕੋਈ ਨੁਕਸਾਨ ਕਰਦਾ ਹੋਵੇ, ਤਦ ਤੱਕ ਉਹਨੂੰ ਜਲਦੀ ਛੱਡਣਾ ਨਹੀਂ ਚਾਹੀਦਾ। ਉਹਨੂੰ ਮੰਨ ਲੈਣਾ ਚਾਹੀਦਾ ਕਿ ਸਹੀ ਹੋ ਸਕਦਾ। ਉਹਨੂੰ ਵਿਗਿਆਨਕ ਪੱਧਰ ਦੇ ਉੱਪਰ ਸਾਨੂੰ ਖੋਜਣ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿ ਕਿੱਦਾਂ ਸਹੀ ਹੋਊਗਾ, ਕਿਵੇਂ ਸਹੀ ਹੋਊਗਾ। ਤਾਂ ਅੱਜ ਵੈਸੇ ਤਾਂ ਹੁਣ ਇੰਨਾ ਕੁ ਸਿੱਧ ਹੋ ਚੁੱਕਿਆ ਕਿ ਜੇ ਤੁਹਾਨੂੰ ਕੱਖ ਸਮਝ ਨਾ ਆਉਂਦੀ ਹੋਵੇ ਤਾਂ ਤੁਸੀਂ ਇਹ ਸੋਚੋ ਵੀ ਤੁਹਾਡੇ ਬਜ਼ੁਰਗ ਕੀ ਕਰਦੇ ਸੀ, ਚਾਹੇ ਉਹ ਖਾਣ ਪੀਣ ਦਾ ਮਸਲਾ, ਚਾਹੇ ਸੌਣ ਜਾਗਣ ਦਾ ਮਸਲਾ, ਚਾਹੇ ਲੈਟਰਿਨ ਜਾਣ ਦਾ ਮਸਲਾ। ਤਾਂ ਕਈ ਵਾਰੀ ਅਸੀਂ ਮਾਡਰਨਿਟੀ ਦੇ ਨਾਂ 'ਤੇ, ਸਾਇੰਸ ਦੇ ਨਾਂ 'ਤੇ ਊਤ-ਪਟਾਂਗ ਚੀਜ਼ਾਂ ਜਿਹੜੀਆਂ ਲੈ ਕੇ ਉਹਨੂੰ ਲਾਗੂ ਕਰ ਦਿੰਦੇ ਹਾਂ। ਬਾਅਦ ਸਾਨੂੰ ਸਮਝ ਆਉਂਦੀ ਵੀ ਸਾਡੀ ਦਾਦੀ ਨਾਨੀ ਜ਼ਿਆਦਾ ਸਿਆਣੀ ਸੀ। ਤਾਂ ਅੱਜ ਬਹੁਤੀ ਵਾਰੀ ਸਾਨੂੰ ਹੁਣ ਛੱਡ-ਛਡਾ ਕੇ, ਬੇਵਕੂਫੀਆਂ ਕਰਕੇ, ਸਿਹਤ ਵਿਗਾੜ ਕੇ ਹੁਣ ਸਮਝ ਆ ਰਹੀ ਹੈ ਕਿ ਸਾਡੇ ਬਜ਼ੁਰਗ ਤਾਂ ਬਹੁਤ ਸਿਆਣੇ ਸੀਗੇ। ਤੁਸੀਂ ਇੱਕ ਨਹੀਂ, ਹਜ਼ਾਰਾਂ ਉਦਾਹਰਨਾਂ ਨੇ। ਸੋ ਇਸ ਕਰਕੇ ਸਿਰਫ ਉਸ ਨੁਕਤੇ ਨੂੰ ਹੀ ਰਿਜੈਕਟ ਕਰਨਾ ਚਾਹੀਦਾ ਜਾਂ ਛੱਡਣਾ ਚਾਹੀਦਾ ਜਾਂ ਮਾੜਾ ਕਹਿਣਾ ਚਾਹੀਦਾ ਜਿਹਦੇ ਨਾਲ ਕੋਈ ਸਮਾਜ ਨੂੰ ਗੰਭੀਰ ਰੂਪ 'ਚ ਅੱਗੇ ਜਾਣ 'ਚ ਕੋਈ ਅੜਿੱਕਾ ਬਣ ਰਿਹਾ। ਜੇ ਕੋਈ ਅੜਿੱਕਾ ਨਹੀਂ ਬਣ ਰਿਹਾ, ਉਹਦਾ ਸਾਨੂੰ ਸਮਝ ਨਹੀਂ ਵੀ ਆ ਰਹੀ, ਤਾਂ ਵੀ ਉਹਨੂੰ ਇੱਜ਼ਤ ਨਾਲ, ਪਿਆਰ ਨਾਲ ਮੰਨਣਾ ਚਾਹੀਦਾ। ਇਸ ਗੱਲ ਦੀ ਸੰਭਾਵਨਾ ਰੱਖਣੀ ਚਾਹੀਦੀ ਹੈ ਕਿ ਇਹਦੇ ਅੰਦਰ ਕੋਈ ਨਾ ਕੋਈ ਸਿਆਣਪ ਹੋਏਗੀ, ਤਾਂ ਹੀ ਇਹ ਟਿਕਿਆ ਹੋਇਆ, ਨਹੀਂ ਟਿਕਦਾ ਨਹੀਂ ਸੀਗਾ। ਕਿਉਂ ਜਿੰਨੇ ਨੁਕਤੇ ਟਿਕਾਊ ਹੁੰਦੇ ਆ ਸਿਰਫ ਉਹੀ ਸਮਾਜ ਚੱਲ ਰਹੇ ਹੁੰਦੇ ਆ, ਜਿਹੜੇ ਨਹੀਂ ਟਿਕਾਊ ਹੁੰਦੇ ਉਹ ਫਿਰ ਆਪੇ ਹੀ ਰੋਲ ਰਾਲ ਕੇ ਖਤਮ ਹੋ ਜਾਂਦੇ ਆ। ਇਸ ਕਰਕੇ ਆਪਾਂ ਨੂੰ ਜਿਹੜੇ ਪੁਰਾਣੀ ਸਾਡੀ ਬਜ਼ੁਰਗਾਂ ਦੀ ਸਿਆਣਪ ਹੈ ਉਹਦੇ ਪ੍ਰਤੀ ਬਹੁਤ ਹੀ ਪੋਜ਼ੀਟਿਵ, ਬਹੁਤ ਹੀ ਪਿਆਰ ਸਤਿਕਾਰ ਦੀ ਭਾਵਨਾ ਦੇ ਨਾਲ ਉਹਨਾਂ ਨੂੰ ਦੇਖਣਾ ਚਾਹੀਦਾ, ਔਰ ਉਹਨਾਂ ਨੂੰ ਜਿਹੜਾ ਹੈ ਉਹਨੂੰ ਮੰਨ ਕੇ ਕਿ ਇਹ ਕਿਸੇ ਸਿਆਣਪ 'ਚੋਂ ਨਿਕਲੇ ਹੋਏ ਆ, ਜ਼ਰੂਰ ਫਿਰ ਲਾਭਕਾਰੀ ਹੋਣਗੇ। ਉਹਨੂੰ ਰਿਜੈਕਟ ਨਹੀਂ ਕਰਨਾ ਚਾਹੀਦਾ। ਜਿਵੇਂ ਅਸੀਂ ਖਾਣ ਪੀਣ ਦੀ ਆਪਾਂ ਗੱਲਾਂ ਕੀਤੀਆਂ ਨੇ ਕਿ ਅਸੀਂ ਰਾਤ ਨੂੰ ਵੀ ਮੂਲੀਆਂ ਖਾਈ ਜਾਂਦੇ ਹਾਂ, ਵਿਆਹਾਂ 'ਚ ਜਾ ਕੇ ਦਹੀਂ ਖਾਈ ਜਾਂਦੇ ਹਾਂ। ਤਾਂ ਇਹ ਕਿਤੇ ਨਾ ਕਿਤੇ ਇਹ ਸਾਡੀ ਮੂਰਖਤਾ ਹੈ ਜਿਹੜੀ ਕਿ ਸਾਨੂੰ ਮਾਡਰਨ ਮੈਡੀਕਲ ਸਾਇੰਸ ਨੇ ਦਿੱਤੀ ਹੈ ਕਿਸੇ ਨਾ ਕਿਸੇ ਕਰੂੜ ਜੀ ਸ਼ਕਲ 'ਚ। ਤਾਂ ਉਹਦਾ ਨੁਕਸਾਨ ਹੋ ਰਿਹਾ, ਉਹਦਾ ਅਸੀਂ ਖਾਮਿਆਜ਼ਾ ਭੁਗਤ ਰਹੇ ਹਾਂ। ਤਾਂ ਉਹ ਮੇਰੇ ਖਿਆਲ 'ਚ ਇਹੋ ਜਿਹੀ ਮੂਰਖਤਾ ਨਹੀਂ ਕਰਨੀ ਚਾਹੀਦੀ। ਸੋ ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਉਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਇੱਕ ਪੁਆਇੰਟ ਦੇ ਉੱਤੇ ਸਮਝਾਇਆ ਕਿ ਜੋ ਨਾਨੀ ਦਾਦੀ ਦੇ ਸਾਡੇ ਨੁਸਖੇ ਸੀਗੇ, ਇੱਕ ਪੁਆਇੰਟ ਉਹਦੇ ਵਿੱਚ ਇਨ ਬਿਨ ਸੱਚਾਈ ਜਿਹੜੀ ਹੈ ਉਹ ਵਿਗਿਆਨ ਦੇ ਅਨੁਸਾਰ ਕਿਸ ਤਰ੍ਹਾਂ ਹੈਗੀ ਹੈ। ਅੱਜ ਵਿਗਿਆਨ ਬਹੁਤ ਤਰੱਕੀ ਕਰ ਚੁੱਕਿਆ, ਬੜੀਆਂ ਸੋਧਾਂ ਹੋ ਚੁੱਕੀਆਂ ਨੇ, ਲੇਕਿਨ ਜੋ ਕੁਛ ਵੀ ਸਾਡੇ ਨਾਨੀ ਦਾਦੀ ਜਾਂ ਬਜ਼ੁਰਗ ਸਾਡੇ ਦੱਸ ਗਏ ਨੇ ਸਾਨੂੰ, ਉਸ ਦੇ ਉੱਤੇ ਅੱਜ ਵਿਗਿਆਨ ਜਿਹੜੀ ਆਪਣੀ ਮੋਹਰ ਲਾ ਰਿਹਾ ਕਿ ਉਹ ਬਿਲਕੁਲ ਸੱਚ ਸੀ। ਕਿੰਨੇ ਹੀ ਜ਼ਿਆਦਾ ਨੁਕਸਾਨ ਹੋਣ ਤੋਂ ਬਾਅਦ ਜਿਹੜਾ ਵਿਗਿਆਨ ਇਸ ਚੀਜ਼ 'ਤੇ ਆਇਆ ਕਿ ਜੋ ਕੁਝ ਸਾਡੇ ਬਜ਼ੁਰਗ ਕਹਿ ਗਏ ਸੀ ਉਹ ਬਿਲਕੁਲ ਸੱਚ ਹੈ, ਅਤੇ ਬਿਲਕੁਲ ਉਹੀ ਚੀਜ਼ਾਂ ਸਾਨੂੰ ਅਪਣਾਉਣੀਆਂ ਚਾਹੀਦੀਆਂ ਨੇ ਜਿਹੜੇ ਕਿ ਸਾਡੇ ਬਜ਼ੁਰਗ ਸਾਨੂੰ ਦੱਸ ਗਏ ਸੀ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।